नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच गलबात करांगे कैनेडियन इमीग्रेशन के बारे में जो लेटेस्ट इस वक्त जानकारी सामने आ रही है तुहाडे नाल सांझी करांगे। कैनेडा की इमीग्रेशन नूं लैके तुहाडा कोई सवाल है तुहानूं अज दे लाइव प्रोग्राम विच कॉल कर सकते हो। पेरेंट्स एंड ग्रैंड पेरेंट्स एप्लीकेशन के उत्ते जो ताज़ा अपडेशन आई है उहदे बारे भी गलबात करांगे। ਜਿਹੜੀਆਂ ट्रैवल रिस्ट्रिक्शनस की गलबात हो रही है ਉਹਦੇ ਬਾਰੇ भी गलबात करांगे। ਹੁਣ ਕੈਨੇਡਾ ਵਿੱਚ ਕੌਣ ਆ ਸਕਦਾ ਹੈ ਤੇ ਕੌਣ ਨਹੀਂ, ਇਸ ਤੋਂ ਇਲਾਵਾ ਕੌਣ ट्रैवल कर सकता है। ਇਸ ਤੋਂ ਇਲਾਵਾ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਤਾਂ ਸਾਨੂੰ ਕਾਲ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਤੇ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ ਜੀ। ਸਰ ਹੁਣ ਓਪਨਿੰਗ ਸਟਾਰਟ ਹੋ ਚੁੱਕੀ ਹੈ, ਕੈਨੇਡਾ ਦੇ ਬਾਰਡਰ ਵੀ ਓਪਨ ਹੋਣ ਲੱਗੇ ਨੇ, ਸੋ ਕੀ ਕਹਿਣਾ ਚਾਹੋਗੇ? ਤਰਨ ਸਵਾ ਸਾਲ ਤੋਂ 1.5 ਸਾਲ ਤੋਂ ਸਾਰੀ ਚੀਜ਼ਾਂ ਬੰਦ ਸੀਗੀਆਂ, ਰੁਕੀਆਂ ਹੋਈਆਂ ਸੀਗੀਆਂ। ਸੋ ਇਟ ਇਜ਼ ਅ ਵੈਰੀ ਵੈਲਕਮ ਨਿਊਜ਼ ਕਿ ਹੁਣ ਚੀਜ਼ਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ, ਬਾਰਡਰਸ ਖੁੱਲ੍ਹਣੇ ਸ਼ੁਰੂ ਹੋ ਗਏ ਹੈ। ਤੁਹਾਨੂੰ ਇੱਕ ਜਾਣ ਕੇ ਬੜੀ ਇੰਟਰਸਟਿੰਗ ਫੈਕਟ ਹੈਗਾ, ਕੱਲ ਇੱਕ ਕਰੂਜ਼ ਕੰਪਨੀ ਨੇ ਆਪਣੀ ਟਿਕਟਸ ਓਪਨ ਕੀਤੀਆਂ, ਰਾਈਟ, ਐਂਡ ਉਹ ਕਰੂਜ਼ ਕੰਪਨੀ ਦੀ ਜਿਹੜੀ ਟਿਕਟ ਸੀਗੀਆਂ ਉਹ 75,000 ਤੋਂ 180,000 USD ਦੀਆਂ ਸੀਗੀਆਂ। ਓਕੇ, ਐਂਡ ਵਿਦਿਨ 3 ਆਵਰਸ ਦੇ ਵਰ ਸੋਲਡ ਆਊਟ। ਸੋ ਤੁਸੀਂ ਸਮਝ ਸਕਦੇ ਹੋ ਕਿ ਐਵਰੀਬਡੀ ਵਾਂਟਸ ਟੂ ਗੈਟ ਆਊਟ, ਐਵਰੀਬਡੀ ਵਾਂਟਸ ਟੂ ਗੈਟ ਇਨਟੂ ਨਾਰਮਲ ਲਾਈਫ। ਬਿਲਕੁਲ। ਸੋ ਉਸੇ ਦੇ ਤਹਿਤ ਯੈਸ ਇਟ ਇਜ਼ ਅ ਵੈਰੀ ਵੈਲਕਮ ਸਟੈਪ। ਹੁਣ ਇਮੀਗ੍ਰੇਸ਼ਨ ਖੁੱਲ੍ਹਣੀ ਸ਼ੁਰੂ ਹੋ ਗਈ ਹੈ, ਬਾਰਡਰਸ ਖੁੱਲ੍ਹਣੇ ਸ਼ੁਰੂ ਹੋ ਗਏ, ਨਿਊਜ਼ ਆਣੀ ਸ਼ੁਰੂ ਹੋ ਗਈਆਂ। ਸੋ ਇਟ ਇਜ਼ ਅ ਪੋਜ਼ਿਟਿਵ ਨਿਊਜ਼ ਵਿਚ ਇਜ਼ ਕਮਿੰਗ ਫਰਮ ਆਲ ਓਵਰ। ਸਰ ਇਹ ਕਹਿ ਰਹੇ ਨੇ ਕਿ 7 ਅਗਸਤ ਤੋਂ ਜਿਹੜਾ ਕੈਨੇਡਾ ਦਾ ਬਾਰਡਰ ਜਿਹੜਾ ਹੈ US ਸਿਟੀਜ਼ਨਸ ਤੇ PR ਹੋਲਡਰਸ ਲਈ ਖੁੱਲ੍ਹ ਜਾਏਗਾ, ਉੱਥੋਂ ਨਾਗਰਿਕਾਂ ਲਈ ਖੁੱਲ੍ਹ ਜਾਏਗਾ। ਪਰ ਜੇ ਇੰਡੀਆ की गल की जाए अच्छे उत्थे 21 अगस्त तक जो बैन जारी रहेगा। सो ਜਿਹੜੇ भी इस वक्त कैनेडा आना चाहते हैं, ट्रैवल करना चाहते हैं, चाहे वो स्टूडेंट ने, वर्क परमिट होल्डर ने या कोई भी ने, सो की उन्होंने दी आउण ਦੀਆਂ ਸੰਭਾਵਨਾਵਾਂ ਹੈਗੀਆਂ ਨੇ? ਬਿਲਕੁਲ ਤਰਨ, ਜਿਹੜੀ ਡਾਇਰੈਕਟ ਫਲਾਈਟਸ ਹੈਗੀਆਂ ਉਹ ਟੈਂਪਰੇਰੀਲੀ ਇੰਡੀਆ ਤੋਂ ਹਾਲੇ 21 ਅਗਸਤ ਤੱਕ ਹੋਲਡ ਕਰ ਦਿੱਤੀਆਂ ਗਈਆਂ। ਸੋ ਇਹ 21 ਅਗਸਤ ਤੋਂ ਪਹਿਲਾਂ ਡਾਇਰੈਕਟ ਫਲਾਈਟਸ ਨਹੀਂ ਆ ਸਕਦੀਆਂ ਐਜ਼ ਆਫ ਟੁਡੇ। ਕੱਲ੍ਹ ਨੂੰ ਡਿਸੀਜਨ ਚੇਂਜ ਹੋ ਜਾਏ ਤਾਂ ਵੀ ਵਿਲ ਹੀਅਰ ਸਮਥਿੰਗ। ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਇੰਡੀਅਨ ਨੇ ਜੇ ਕੈਨੇਡਾ ਆਉਣਾ ਹੈਗਾ ਵਾਇਆ ਰੂਟ ਲੈ ਕੇ ਆ ਸਕਦੇ ਨੇ, ਬਟ ਵਾਇਆ ਰੂਟ ਦੇ ਵਿੱਚ ਵੀ ਇੱਕ ਇਸ਼ੂ ਹੈਗਾ। ਜਿਹੜੀ ਕੰਟਰੀ ਦੇ ਵਿੱਚ ਵੀ ਵਾਇਆ ਰੂਟ ਲੈਂਦੇ ਉੱਥੇ 14 ਦਿਨ ਦਾ ਉਹਨਾਂ ਦਾ ਸਟੇ ਹੋਣਾ ਚਾਹੀਦਾ ਹੈਗਾ, ਐਂਡ ਉੱਥੇ ਉਹਨਾਂ ਨੇ ਟੈਸਟ ਕਰਵਾਉਣਾ ਹੈਗਾ ਕੋਵਿਡ ਦਾ, ਉਸ ਟੈਸਟ ਲੈ ਕੇ ਉਹ ਟਰੈਵਲ ਕਰ ਸਕਦੇ ਨੇ। ਸੋ ਵਾਇਆ ਰੂਟ ਲੈ ਕੇ ਵਾਇਆ ਸਮ ਅਦਰ ਕੰਟਰੀਜ਼ ਉਹ ਕਰ ਸਕਦੇ ਨੇ, ਉਹ ਪੋਸੀਬਿਲਿਟੀ ਹੈਗੀ, ਬਟ 14 ਦਿਨ ਦਾ ਰਸਤੇ ਦੇ ਵਿੱਚ ਸਟੇ ਹੈਗਾ। ਸੋ ਬਟ ਮੈਂ ਇੱਕੋ ਹੀ ਕਹੂੰਗਾ ਕਿ 14 ਦਿਨ ਦਾ ਸਟੇ ਓਵਰ ਤੋਂ ਚੰਗਾ ਹੈ ਕਿ 21 ਅਗਸਤ ਤੱਕ ਵੇਟ ਕਰੋ ਜੀ, ਐਂਡ ਲੈਟ ਅਸ ਸੀ, ਐਂਡ ਹੋਪਫੁਲੀ ਸਟ੍ਰੇਟ ਫਲਾਈਜ਼ ਰਿਜ਼ਿਊਮ ਹੋ ਜਾਣਗੀਆਂ 21 ਅਗਸਤ ਤੋਂ ਬਾਅਦ, ਤੇ that will be a relatively easy। ਬਿਲਕੁਲ 21 ਅਗਸਤ ਤੱਕ ਤਾਂ ਹਜੇ ਬੈਨ ਲੱਗਿਆ ਹੈ, ਉਸ ਤੋਂ ਬਾਅਦ ਸ਼ਾਇਦ ਜੇ ਭਾਰਤ ਵਿੱਚ ਹਾਲਾਤ ਥੋੜੇ ਸੁਧਰਦੇ ਨੇ ਤਾਂ ਸ਼ਾਇਦ ਹੋ ਸਕਦਾ ਡਾਇਰੈਕਟ ਫਲਾਈਟਸ ਓਪਨ ਹੋ ਜਾਣ। ਸਰ ਜੇ ਜਿਹੜੇ ਸਟੂਡੈਂਟਸ ਨੇ ਇਸ ਵਕਤ ਦੋਵੇਂ ਡੋਜ਼ ਲਗਵਾ ਲਈਆਂ ਨੇ ਵੈਕਸੀਨ ਦੀਆਂ, ਸੋ ਕੀ ਉਹ ਕੈਨੇਡਾ ਆ ਕੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਜ਼ਰੂਰੀ ਹੋਏਗਾ ਜਾਂ ਫਿਰ ਆਪਣਾ ਟੈਸਟ ਨੈਗੇਟਿਵ ਲੈ ਕੇ ਉਹ ਬਾਹਰ ਆ ਸਕਦੇ? ਤਰਨ ਜੀ, ਜਿਹੜੇ ਐਕਚੁਅਲੀ ਕੈਨੇਡਾ ਹੈਲਥ ਕੈਨੇਡਾ ਵੱਲੋਂ ਸਿਰਫ 4 ਵੈਕਸੀਨਸ ਅਪਰੂਵਡ ਹੈਗੀਆਂ। ਸੋ ਜੇ ਮੋਡਰਨਾ ਦੀ, ਫਾਈਜ਼ਰ ਦੀ, ਐਸਟਰਾਜ਼ੈਨਿਕਾ ਦੀ ਐਂਡ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲੱਗੀ ਹੋਈ ਹੈ ਐਂਡ ਉਹਦੀ ਤੁਹਾਡੇ ਕੋਲ ਪ੍ਰੂਫ ਹੈਗੇ ਨੇ, ਤੇ ਤੁਹਾਨੂੰ ਕੁਆਰੰਟਾਈਨ ਦੀ ਲੋੜ ਨਹੀਂ ਹੈਗੀ 14 ਡੇਜ਼, ਨਾ ਹੀ 8th ਦੇ ਮੈਂਡੇਟਰੀ ਟੈਸਟ ਦੀ ਲੋੜ ਹੈਗੀ ਹੈ। ਸੋ ਉਹ ਰਿਕੁਆਇਰਮੈਂਟ ਖਤਮ ਹੋ ਜਾਣਗੀਆਂ, ਬਟ ਜੇ ਇਹਨਾਂ ਵੈਕਸੀਨ 'ਚ ਨਹੀਂ ਲੱਗੀਆਂ ਤੇ ਕੁਆਰੰਟਾਈਨ ਦੀ ਰਿਕੁਆਇਰਮੈਂਟ ਰਹੇਗੀ ਤੁਹਾਡੇ ਵਾਸਤੇ। ਸੋ ਐਸਟਰਾਜ਼ੈਨਿਕਾ ਦੀ ਦੱਸਦੀ ਹੈ ਕਿ ਜਿਹੜੀ ਇੰਡੀਅਨ ਜਿਹੜਾ ਇਹਦਾ ਹੈਗਾ ਆ ਕੋਵਿਡ ਸ਼ੀਲਡ, ਇਹਨੂੰ ਹਜੇ ਮਾਨਤਾ ਦਿੱਤੀ ਗਈ ਹੈ ਕੈਨੇਡਾ ਦੇ ਵਿੱਚ। ਸੋ ਜਿਨ੍ਹਾਂ ਨੇ ਲਗਾਈ ਹੋਈ ਆ ਉਹਨਾਂ ਨੂੰ ਆਉਣ ਦੀ ਇਜਾਜ਼ਤ ਹੋਏਗੀ। ਤੇ ਸਰ ਜਿਨ੍ਹਾਂ ਨੇ ਇਹ ਕੀਤਾ ਹੈ ਕਿ ਇੱਕ ਡੋਜ਼ ਲਗਾ ਕੇ ਉੱਥੇ ਤੇ ਇੱਥੇ ਆ ਕੇ ਦੂਸਰੀ ਡੋਜ਼ ਲਗਾਉਣਾ ਚਾਹੁੰਦੇ ਨੇ, ਕੀ ਉਹ ਟਰੈਵਲ ਕਰ ਸਕਦੇ ਨੇ ਜਾਂ ਨਹੀਂ ਹੈ? ਹਾਂਜੀ, ਉਹ ਟਰੈਵਲ ਤਾਂ ਕਰ ਸਕਣਗੇ, ਬਟ 14 ਦਿਨ ਦਾ ਉਹਨਾਂ ਨੂੰ ਕੁਆਰੰਟਾਈਨ ਉਹ ਪ੍ਰੋਸੈਸ ਫੋਲੋ ਕਰਨਾ ਪਏਗਾ। ਬਟ ਹਾਲੇ ਤਰਨ ਜੀ ਹਾਲੇ ਬਹੁਤ ਸਾਰੀ ਚੀਜ਼ਾਂ ਹਾਲੇ ਡਿਵੈਲਪਮੈਂਟਸ ਹੈਗੀਆਂ, ਰੋਜ਼ ਦੀ ਰੋਜ਼ ਆਈ ਜਾਣੀਆਂ ਹੈਗੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ 7 ਸੈਪਟੈਂਬਰ 7 ਅਗਸਤ ਤੱਕ ਬਹੁਤ ਸਾਰੀਆਂ ਚੀਜ਼ਾਂ ਹੋਰ ਅਪਡੇਟ ਆਉਣਗੀਆਂ। ਸੋ ਉਸ ਤੋਂ ਬਾਅਦ ਐਕਚੁਅਲੀ ਪਤਾ ਚੱਲੇਗਾ ਕਿ ਵੇਅਰ ਡੂ ਵੀ ਐਕਚੁਅਲੀ ਸਟੈਂਡ। ਬਟ ਯੈਸ, US ਦੇ ਨਾਲ ਖੁੱਲ੍ਹਣ ਦੇ ਨਾਲ ਜਿਹੜੇ ਸਾਡੇ ਸਾਊਥ ਆਫ ਦੇ ਲੋਕੀ ਸੀਗੇ, ਜਿਹੜੇ ਸਾਊਥ ਆਫ ਬਾਰਡਰ ਬੈਠੇ ਹੋਏ ਸੀਗੇ, ਉਹਨਾਂ ਦੀ ਸਹੂਲਤ ਹੋ ਜਾਏਗੀ ਕਿ ਉਹ ਟਰੈਵਲ ਕਰ ਸਕਣਗੇ, ਪ੍ਰੋਵਾਈਡਡ US ਵੀ ਅਲਾਉ ਕਰ। ਸਰ ਇੱਕ ਬੜੀ ਸਾਨੂੰ ਸਵਾਲ ਆ ਰਹੇ ਨੇ ਕਿ ਜਿਹੜਾ ਸਟੂਡੈਂਟ ਡਾਇਰੈਕਟ ਸਟਰੀਮ ਪ੍ਰੋਗਰਾਮ ਆ ਉਹਦੇ ਅੰਡਰ ਜਿਹੜਾ 21 ਦਿਨ ਦਾ ਪ੍ਰੋਸੈਸ ਹੋ ਰਿਹਾ ਸੀ, ਵੀ 2-2 ਮਹੀਨੇ ਹੁਣ ਉਹਨਾਂ ਨੂੰ ਲੱਗ ਰਹੇ ਨੇ। ਸੋ ਇਹਨਾਂ ਡਿਲੇਜ਼ ਦਾ ਕੀ ਕਾਰਨ ਹੈਗਾ, ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੁਣ ਥੋੜਾ ਜਿਹਾ ਇਹਦੇ ਵਿੱਚ ਥੋੜਾ ਈਜ਼ ਹੋਏਗੀ? ਬਿਲਕੁਲ ਤਰਨ ਜੀ, ਬਿਕੋਜ਼ ਹਾਲੇ ਕੋਵਿਡ ਦੀ ਸਿਚੁਏਸ਼ਨ, ਪੈਂਡੈਮਿਕ ਕਰਕੇ ਵੀਜ਼ਾ ਆਫਿਸਿਸ ਉਸ ਤਰ੍ਹਾਂ ਕੰਮ ਨਹੀਂ ਕਰ ਰਹੇ ਸੀ ਪੂਰੇ ਸਟਾਫ ਦੇ ਨਾਲ, ਐਂਡ ਬੜੀ ਲਿਮਿਟਡ ਐਕਸੈਸ ਦੇ ਨਾਲ, ਲਿਮਿਟਡ ਸਟਾਫ ਦੇ ਨਾਲ, ਸਟਾਫਰਸ ਦੇ ਨਾਲ ਕੰਮ ਹੋ ਰਿਹਾ ਸੀਗਾ। ਸੋ ਉਹਦੇ ਕਰਕੇ ਇਹ ਸਾਰੀ ਚੀਜ਼ਾਂ ਆ ਰਹੀਆਂ ਸੀਗੀਆਂ ਜੀ, ਐਂਡ ਹੋਪਫੁਲੀ ਜਿਸ ਤਰ੍ਹਾਂ ਹੀ ਚੀਜ਼ਾਂ ਓਪਨ ਹੁੰਦੀਆਂ ਹੈਗੀਆਂ, ਵੀ ਹੈਵ ਕੰਪਲੀਟ ਸਟਾਫ,
ਕਿ ਵੀ ਵਿਲ ਸੀ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਇਟ ਵਿਲ ਅਗੇਨ ਗੋ ਬੈਕ ਟੂ 21 ਡੇਜ਼। ਜੀ, ਅੱਜ ਦੇ ਮੇਨ ਟੌਪਿਕ ਦੀ ਗੱਲ ਕਰੀਏ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜੀ। ਐਪਲੀਕੇਸ਼ਨ ਦੇ ਬਾਰੇ ਵਿੱਚ ਸਾਨੂੰ ਦਰਸ਼ਕ ਅਕਸਰ ਸਵਾਲ ਕਰਦੇ ਨੇ ਕਿ ਮਾਪਿਆਂ ਦੀਆਂ ਅਰਜ਼ੀਆਂ ਕਦੋਂ ਖੁੱਲਣਗੀਆਂ। ਸੋ ਜਿਹੜਾ 2021 ਦਾ 30,000 ਐਪਲੀਕੇਸ਼ਨਸ ਦੀ ਗੱਲ ਹੋ ਰਹੀ ਸੀ, ਇਹਦੇ ਉੱਤੇ ਤਾਜ਼ਾ ਅਪਡੇਸ਼ਨ ਆਈ ਹੈ। ਸਰ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਐਪਲੀਕੇਸ਼ਨ ਦੀ ਤਾਜ਼ਾ ਅਪਡੇਸ਼ਨ ਹੈ? 30,000 ਬਿਲਕੁਲ ਤਾਂ ਤਰਨ ਮੇਰੇ ਖਿਆਲ ਸ਼ਾਇਦ ਹੀ ਕੋਈ ਪ੍ਰੋਗਰਾਮ ਹੋਏਗਾ ਅਸੀਂ ਇਸ ਸਾਲ ਦੇ ਵਿੱਚ ਜਿਹੜੇ 'ਚ ਅਸੀਂ ਕਾਲਾਂ ਨਹੀਂ ਲਿੱਤੀਆਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਬਾਰੇ। ਬਿਲਕੁਲ। ਤੇ ਐਬਸੋਲੂਟਲੀ ਜੀ, ਜਦੋਂ ਫਾਈਨਲੀ ਉਹ ਡੇਟ ਆ ਗਈ, ਉਹ ਡਿਵੈਲਪਮੈਂਟਸ ਆ ਗਈਆਂ ਹੈਗੀਆਂ। ਹੁਣ 20 ਸਤੰਬਰ ਤੋਂ 30,000 ਐਪਲੀਕੇਸ਼ਨਸ ਦੇ ਇਨਵੀਟੇਸ਼ਨਸ ਆਉਣੇ ਸ਼ੁਰੂ ਹੋ ਜਾਣਗੇ। ਬਟ ਐਪਲੀਕੇਸ਼ਨਸ ਕਿਹੜੀਆਂ ਐਕਸੈਪਟ ਹੋ ਰਹੀਆਂ? ਐਪਲੀਕੇਸ਼ਨਸ ਉਹੀ ਐਕਸੈਪਟ ਹੋਣੀਆਂ ਜਿਹੜੀਆਂ ਪਿਛਲੇ ਸਾਲ ਸਬਮਿਟ ਕੀਤੀਆਂ ਗਈਆਂ ਸੀਗੀਆਂ 2020 ਦੇ ਵਿੱਚ। ਸੋ ਤੁਹਾਨੂੰ ਯਾਦ ਹੋਏਗਾ ਅਕਤੂਬਰ ਨਵੰਬਰ ਦੇ ਵਿੱਚ ਜਦੋਂ ਉਹ ਖੁੱਲਿਆ ਸੀਗਾ ਤੇ ਉਦੋਂ ਐਪਲੀਕੇਸ਼ਨਸ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕੀਤੇ ਗਏ ਸੀਗੇ। ਸੋ ਉਹਨਾਂ ਦੇ ਉੱਤੇ ਹੀ ਕੰਮ ਹੋਏਗਾ। ਸੋ 10,000 ਐਪਲੀਕੇਸ਼ਨ ਤਾਂ ਪਿਛਲੇ ਸਾਲ ਪਿਕ ਹੋ ਗਈਆਂ ਸੀਗੀਆਂ ਤੇ 30,000 ਐਪਲੀਕੇਸ਼ਨ ਉਹਨਾਂ ਦੇ ਵਿੱਚੋਂ ਹੁਣ ਪਿਕ ਹੋਣਗੀਆਂ ਜੀ। ਐਂਡ ਇਨਵੀਟੇਸ਼ਨਸ ਆਉਣੇ ਸ਼ੁਰੂ ਹੋ ਜਾਣਗੇ 20 ਸਪਟੈਂਬਰ ਔਨਵਰਡਸ। ਸੋ ਵੀ ਆਰ ਐਕਸਪੈਕਟਿੰਗ ਕਿ 20 ਸਪਟੈਂਬਰ ਤੋਂ ਅਗਲੇ 2 ਹਫ਼ਤਿਆਂ ਦੇ ਵਿੱਚ 30,000 ਇਨਵੀਟੇਸ਼ਨਸ ਆਉਣਗੇ। ਸੋ ਵਿਚ ਇਜ਼ ਅ ਗੁੱਡ ਥਿੰਗ ਕਿ ਐਟਲੀਸਟ ਜਿਨ੍ਹਾਂ ਨੇ ਪਿਛਲੇ ਸਾਲ ਐਪਲੀਕੇਸ਼ਨਸ ਲਗਾਈਆਂ ਸੀ ਉਹ ਹੁਣ ਉਸ ਗਾਰ ਤੇ ਆ ਗਏ ਨੇ ਕਿ ਜਿੱਥੇ ਉਹਨਾਂ ਦੇ ਐਪਲੀਕੇਸ਼ਨ ਥੋੜੀ ਜਿਹੀਆਂ ਹੋਰ ਕਰੀਬ ਆ ਗਈਆਂ ਜੀ। ਮਤਲਬ ਕਿ ਲਾਸਟ ਟਾਈਮ ਜਿਨ੍ਹਾਂ ਨੇ ਐਪਲੀਕੇਸ਼ਨਸ ਲਗਾਈਆਂ ਸੀ ਉਹਦੇ ਵਿੱਚੋਂ ਹੀ ਹੋਣਗੀਆਂ। ਹੁਣ ਜੇ ਕੋਈ ਆਪਣਾ ਨਵੇਂ ਸਿਰੇ ਤੋਂ ਕੋਈ ਐਪਲੀਕੇਸ਼ਨ ਪੇਰੈਂਟਸ ਲਈ ਲਗਾਉਣਾ ਚਾਹੁੰਦਾ ਉਹ ਨਹੀਂ ਲਗਾ ਸਕਦੇ। ਤਰ੍ਹਾਂ ਜਿਹੜੀ ਕੱਲ ਅਪਡੇਟ ਆਈ ਹੈ ਉਹ ਐਸ ਪਰ ਦੈਟ ਅਪਡੇਟ ਹਾਲੇ ਨਵੀਂ ਐਪਲੀਕੇਸ਼ਨਸ ਨਹੀਂ ਲੱਗ ਰਹੀਆਂ। ਸੋ 30,000 ਐਪਲੀਕੇਸ਼ਨ ਜਿਹੜਾ ਟਾਰਗੇਟ ਹੈਗਾ ਹੈ 2021 ਦਾ, ਉਹ ਪਿਛਲੀਆਂ ਐਪਲੀਕੇਸ਼ਨਸ ਦੇ ਵਿੱਚੋਂ ਹੀ ਪੂਰਾ ਹੋਣਾ। ਸੋ ਜਿਨ੍ਹਾਂ ਨੇ ਪਿਛਲੇ ਸਾਲ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕੀਤਾ ਸੀਗਾ ਜੀ, ਉਹ ਦੇ ਸ਼ੁੱਡ ਬੀ ਲੱਕੀ ਇਨਫ। ਐਂਡ ਆਪਣੀ ਇਨਕਮ ਦੇ ਉੱਤੇ ਖਿਆਲ ਰੱਖਿਆ ਜਾਏ ਕਿ 18, 19, 20 ਦੀ ਤੁਹਾਨੂੰ ਇਨਕਮ ਦੀ ਰਿਕੁਆਇਰਮੈਂਟ ਪਏਗੀ। ਉਹ ਮੀਟ ਜੇ ਕਰਦੇ ਪਏ ਹੋ ਤੇ ਉਹਦੇ ਤੇ ਖਿਆਲ ਰੱਖਿਆ ਜਾਏ। ਐਂਡ ਜੇ ਪਿਛਲੇ ਸਾਲ ਖਾਸ ਕਰ ਪੈਂਡੈਮਿਕ ਕਰਕੇ ਤਰਨ ਜੀ ਕਾਫੀ ਸਾਰੇ ਐਪਲੀਕੈਂਟਸ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦੀ ਇਨਕਮ ਡ੍ਰੌਪ ਹੋਈ ਹੋਏਗੀ। ਸੋ ਈਵਨ ਜਿਹੜੀ EI ਲਿੱਤੀ ਹੈ, ਇੰਪਲੋਇਮੈਂਟ ਇੰਸ਼ੋਰੈਂਸ ਲਿੱਤੀ ਹੈ, ਉਹ ਵੀ ਕਾਊਂਟ ਹੋਏਗੀ। ਜਿਹੜੀ CERB ਲਿੱਤੀ ਹੈ, ਗਵਰਨਮੈਂਟ ਤੋਂ ਬੈਨੀਫਿਟਸ ਲਿੱਤੇ ਨੇ, ਉਹ ਵੀ ਤੁਹਾਡੇ ਇਨਕਮ ਟੁਵਰਡਸ ਕਾਊਂਟ ਹੋ ਸਕਦੇ ਨੇ। ਸੋ ਬਿਲਕੁਲ ਆਪਣੀ ਇਨਕਮ ਦੇ ਉੱਤੇ ਫੋਕਸ ਰੱਖਿਆ ਜਾਏ ਜੀ। 18, 19, 20, 2018, 2019 ਐਂਡ 2020 ਦੇ ਇਨਕਮ ਦੇ ਉੱਤੇ ਫੋਕਸ ਰੱਖਿਆ ਜਾਏ। ਸਰ, ਤੁਸੀਂ ਇਨਕਮ ਦੀ ਗੱਲ ਕੀਤੀ ਆ, ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਇਹ ਪੁੱਛਿਆ ਸਪੋਜ਼ ਜਿਹੜਾ ਮੁੰਡਾ ਜਾਂ ਕੁੜੀ ਜਿਹੜਾ ਇੰਡੀਆ ਦੇ ਵਿੱਚ ਹੈ ਤੇ ਇੱਧਰ ਆਪਾਂ ਉਹ ਆਪਣੇ ਘਰ ਨੂੰ ਜਾਂ ਘਰ ਨੂੰ ਮੰਗਵਾ ਚਾਹੋ, ਕਦੋਂ ਸ਼ੁਰੂ ਕਰ ਰਹੇ ਆ ਵੀਜ਼ੇ ਦੇ ਸੰਬੰਧ ਪੁੱਛਣਾ ਸੀ ਸਰ। ਜਿਨ੍ਹਾਂ ਦੇ ਡਿਪੈਂਡੈਂਟਸ ਦੇ ਉੱਤੇ ਫਾਈਲ ਲਗਾਈ ਹੈ ਜੀ, ਤੁਸੀਂ ਆਪਾਂ ਕੁਝ ਪੁੱਛਣਾ? ਡਿਪੈਂਡੈਂਟ ਦੀ ਨਹੀਂ, ਸਪਾਊਸਲ ਐਪਲੀਕੇਸ਼ਨ ਦੀ ਗੱਲ ਕਰ ਰਹੇ ਨੇ। ਸਪਾਊਸਲ ਐਪਲੀਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਜੀ? ਹਾਂਜੀ ਹਾਂਜੀ, ਜਿਹੜਾ ਮੁੰਡਾ ਵਿਆਹ ਹੈਗਾ ਜਾਂ ਕੁੜੀ ਦੇ ਵੀ ਹੈ, ਉਹ ਅੱਗੇ ਘਰ ਜਾਂ ਘਰ ਨੂੰ ਸੱਦਣਾ ਚਾਹੁੰਦੀ ਹੈ। ਤੁਸੀਂ ਸਟੇਟਸ ਜਾਣਨਾ ਚਾਹੁੰਦੇ ਹੋ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ, ਤੁਸੀਂ ਕਾਲ ਕੀਤੀ ਹੈ। ਥੈਂਕ ਯੂ ਜੀ। ਜੀ ਸਰ। ਤਰਨ ਜੀ, ਵੈਸੇ ਮੂਵਮੈਂਟ ਸ਼ੁਰੂ ਹੋ ਚੁੱਕੀਆਂ ਤਕਰੀਬਨ ਹਰ ਫਾਈਲਸ ਦੇ ਉੱਤੇ। ਹੁਣ ਇਵਨ ਸਪਾਊਸਲ ਐਪਲੀਕੇਸ਼ਨ ਦੇ ਉੱਤੇ ਮੂਵਮੈਂਟਸ ਹੈਗੀਆਂ ਇਸ ਟਾਈਮ ਤੇ। ਐਂਡ ਹੋਪਫੁਲੀ ਵੈਰੀ ਸੂਨ ਵੀਜ਼ੇ ਗ੍ਰਾਂਟਿੰਗ ਵੀ ਸ਼ੁਰੂ ਹੋ ਜਾਏਗੀ। ਸੋ ਥੋੜਾ ਜਿਹਾ ਹੋਰ, ਜਿੱਥੇ ਇੰਨਾ ਚਿਰ ਉਡੀਕਿਆ ਜੀ, ਥੋੜਾ ਜਿਹਾ ਹੋਰ ਉਡੀਕ ਲਓ ਜੀ। ਬਿਲਕੁਲ ਜੀ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਸੋ ਉਹਨਾਂ ਦੀ ਵੀ ਅਸੀਂ ਕਾਲ ਲੈ ਲਈਏ। ਮਾਫੀ ਚਾਹਾਂਗੇ, ਫੋਨ ਡਿਸਕਨੈਕਟ ਹੋ ਗਿਆ। ਸਰ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਐਪਲੀਕੇਸ਼ਨ ਦੀ ਗੱਲ ਕਰ ਰਹੇ ਸੀ, ਤੁਸੀਂ ਇਨਕਮ ਦੀ ਗੱਲ ਕੀਤੀ ਆ। ਸੋ 2 ਜਾਂ 3 ਸਾਲ ਦੀ, ਕਿੰਨੇ ਸਾਲ ਦੀ ਇਨਕਮ ਦਿਖਾਉਣੀ ਹੋਣੀ ਹੈ ਤੇ ਕਿੰਨੀ ਇਨਕਮ ਦਿਖਾਉਣੀ ਪਏਗੀ? ਤਰਨ ਜੀ, ਆਪਾਂ ਜੇ ਗੱਲ ਕਰੀਏ ਫॉर ਅ ਫੈਮਿਲੀ 3 ਸਾਲ ਦੀ ਇਨਕਮ ਚਾਹੀਦੀ ਹੈ ਪਹਿਲੇ ਤਾਂ। 2018, 2019 ਐਂਡ 2020 ਦੀ ਇਨਕਮ ਰਿਕੁਆਇਰਮੈਂਟਸ ਜੇ ਤੁਸੀਂ ਮੀਟ ਕਰਦੇ ਹੋ ਤੇ ਤੁਹਾਡੀ ਐਪਲੀਕੇਸ਼ਨ ਜੇ ਹੁਣ ਪਿਕ ਹੁੰਦੀ ਹੈ। ਅੱਛਾ, 20 ਸਤੰਬਰ ਤੋਂ ਇਨਵੀਟੇਸ਼ਨ ਆਣੇ ਸ਼ੁਰੂ ਹੋ ਜਾਣੇ। ਉਸ ਤੋਂ ਬਾਅਦ ਤੁਹਾਡੇ ਕੋਲ 30 ਦਿਨਾਂ ਦਾ ਟਾਈਮ ਹੋਏਗਾ ਟੂ ਸਬਮਿਟ ਦਾ ਕੰਪਲੀਟ ਐਪਲੀਕੇਸ਼ਨ। ਸੋ ਜਿਹੜੇ ਲੱਕੀ ਐਪਲੀਕੈਂਟਸ ਹੋਣਗੇ ਜਿਨ੍ਹਾਂ ਦੀ ਫਾਈਲਾਂ ਪਿਕ ਹੋ ਰਹੀਆਂ ਹੈਗੀਆਂ, ਦੇ ਸ਼ੁੱਡ ਮੇਕ ਸ਼ੋਰ ਕਿ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲੈਣ ਜੇ ਆਪ ਖੁਦ ਨਹੀਂ ਕਰ ਸਕਦੇ। ਐਂਡ ਕਿਤੇ ਇੱਥੇ ਨਾ ਹੋਵੇ ਕਿ ਲੱਕੀ ਵੀ ਹੋਣ ਤੇ ਅੱਗੇ ਜਾ ਕੇ ਅਨਲੱਕੀ ਹੋ ਜਾਣ। ਸੋ ਜੇ ਪ੍ਰੋਫੈਸ਼ਨਲੀ ਕਰ ਸਕਦੇ, ਐਬਸੋਲੂਟਲੀ ਡੂ ਇਟ ਯੋਰਸੈਲਫ, ਅਦਰਵਾਈਜ਼ ਸੀਕ ਹੈਲਪ, ਬਿਕੋਜ਼ ਆ ਲੋਟਰੀ ਹੈਗੀ ਹੈ। ਐਂਡ ਸਹੀ ਮਾਇਨਿਆਂ ਦੇ ਵਿੱਚ ਬੜੀ ਵੱਡੀ ਲੋਟਰੀ ਹੈਗੀ ਹੈ ਜਿਹਦੀ ਵੀ ਲੱਗਣ ਜਾ ਰਹੀ ਹੈ। ਇਟ ਇਜ਼ ਨੈਕਸਟ ਟੂ ਮੈਕਸ ਅੱਜ ਦੀ ਤਰੀਕ ਦੇ ਵਿੱਚ ਲੋਟੋ ਮੈਕਸ ਵਰਗੀ ਚੀਜ਼। ਬਿਲਕੁਲ ਸਰ। ਲਾਸਟ ਟਾਈਮ 10,000 ਐਪਲੀਕੇਸ਼ਨ ਸੀਗੀਆਂ ਜਿਹੜੀਆਂ ਪਿਕ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਲੱਕੀ ਵਨ ਰਹੇ ਨੇ, ਜਿਨ੍ਹਾਂ ਨੇ ਕਿ ਐਪਲੀਕੇਸ਼ਨਸ ਜਿਹੜੀਆਂ ਆਪਣੀਆਂ ਵਿੱਚ ਲਗਾਈਆਂ ਸੀ, ਹਾਲਾਂਕਿ ਇਨਵੀਟੇਸ਼ਨ ਨਹੀਂ ਆਇਆ। ਸੋ ਉਹਨਾਂ ਵਿੱਚੋਂ ਹੁਣ 30,000 ਨੂੰ ਇਨਵੀਟੇਸ਼ਨਸ ਮਿਲਣ ਵਾਲਾ ਆ। ਸੋ ਜਿਹੜੇ ਇਸ ਵਕਤ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਦਰਸ਼ਕ, ਜਿਨ੍ਹਾਂ ਨੂੰ ਕਿਵੇਂ ਪਤਾ ਲੱਗੇਗਾ ਇਨਵੀਟੇਸ਼ਨਸ ਕਦੋਂ ਤੋਂ ਆਉਣੇ ਸ਼ੁਰੂ ਹੋਣਗੇ? ਤਰਨ ਜੀ, ਜਿਹੜੀ ਈਮੇਲ ਉਹਨਾਂ ਨੇ ਸਬਮਿਟ ਕੀਤੀ ਸੀਗੀ, ਜੇ ਤੇ ਕੰਸਲਟੈਂਟ ਦੇ ਥਰੂ ਸਬਮਿਟ ਕੀਤੀ ਸੀ, ਲਾਇਰ ਦੇ ਥਰੂ ਸਬਮਿਟ ਕੀਤੀ ਸੀ, ਤੇ ਉਹ ਕੰਸਲਟੈਂਟ ਲਾਇਰ ਦੇ ਕੋਲ ਅਪਡੇਟ ਜਾਣਗੀਆਂ। ਜੇ ਉਹਨਾਂ ਦੀ ਪਰਸਨਲ ਈਮੇਲ ਆਈਡੀਜ਼ ਯੂਜ਼ ਹੋਈਆਂ ਸੀਗੀਆਂ, ਉਹ ਆਪਣੀ ਈਮੇਲ ਦਾ ਖਿਆਲ ਰੱਖਿਆ ਜੇ
ਐਂਡ ਮੇਕ ਸ਼ੋਰ ਕਿ ਜੰਕ ਈਮੇਲ ਦੇ ਫੋਲਡਰ ਦੇ ਉੱਤੇ ਵੀ ਤੁਸੀਂ ਨਜ਼ਰ ਰੱਖੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡਾ ਟਾਈਮ ਪੀਰੀਅਡ ਨਿਕਲ ਜਾਵੇ ਐਂਡ ਫਿਰ ਤੁਸੀਂ ਐਕਸਟੈਂਸ਼ਨਸ ਵਗੈਰਾ ਦੇ ਉੱਤੇ ਮੰਗਦੇ ਰਹੋ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਜੀ ਜੀ ਮੈਨੂੰ ਦੱਸਣ ਦਾ ਗੱਲ ਕਰਨੀ ਸੀ। ਜੀ ਦੱਸੋ ਜੀ ਸਰ। ਸਾਡਾ ਪਿਛਲੇ ਸਾਲ ਦੀ ਸਾਡੀ ਲੱਗੀ ਆ ਫਾਈਲ ਜਿਹੜੀ ਆ ਹੁਣ ਮਾਪਿਆਂ ਦੀ ਆਈ ਆ ਨਾ ਜਿਹੜੀ ਕੱਲ ਨਵੀਂ, ਤੇ ਉਹਦੇ ਵਿੱਚ ਜਿੱਦਾਂ ਮੇਰਾ ਪਾਸਪੋਰਟ ਸੀ ਦਸੰਬਰ 'ਚ ਹੋ ਗਈ, ਮਰਮਿੰਦਰ ਪਾਸਪੋਰਟ ਜਿਹੜਾ ਹੋ ਗਿਆ ਹੈ ਐਕਸਪਾਇਰ ਹੋ ਗਿਆ ਹੈ, ਮੇਰਾ ਵੀ ਨਵਾਂ ਬਣਿਆ ਹੈ ਤੇ ਮੇਰੀਆਂ ਦੋਵੇਂ ਫੋਟੋ ਕਾਪੀਆਂ ਲੱਗੀਆਂ ਹੈ ਤੇ ਮੇਰੇ ਹਸਬੈਂਡ ਦਾ ਜਿਹੜਾ ਉਹਦੀ ਪੁਰਾਣੇ ਦੀ ਲੱਗੀ ਹੈ ਤੇ ਨਵਾਂ ਉਹ ਬਾਅਦ ਚ ਤੋਂ ਉਹਦੀ ਨਹੀਂ ਲੱਗੀ। ਇਹਦੀ ਤਾਂ ਨਹੀਂ ਕੋਈ ਗੱਲ ਹੈਗੀ? ਨਹੀਂ ਜੀ, ਉਹ ਕੋਈ ਗੱਲ ਨਹੀਂ ਜੀ, ਉਹ ਤੁਹਾਨੂੰ ਟਾਈਮ ਦਿੱਤਾ ਜਾਏਗਾ। ਸੋ ਉਹ ਕੋਈ ਇਹੋ ਜਿਹੀ ਇਸ਼ੂ ਨਹੀਂ ਹੈਗਾ ਜੀ। ਓਕੇ ਸ਼ੁਕਰੀਆ ਜੀ। ਮੈਂ ਕਿਹਾ ਉਹਨਾਂ ਦੀ ਨਵੇਂ ਦੀ ਨਹੀਂ ਲੱਗੀ, ਪੁਰਾਣੇ ਦੀ ਲੱਗੀ, ਮੇਰੇ ਨਾਲ ਦੋਵੇਂ ਲੱਗੀਆਂ ਪਾਸਪੋਰਟ। ਨਹੀਂ, ਉਹ ਤੁਹਾਨੂੰ ਟਾਈਮ ਦਿੱਤਾ ਜਾਏਗਾ। ਸਾਰੀ ਚੀਜ਼ਾਂ ਅਪਲੋਡ ਜਦੋਂ ਫਾਈਲ ਦਾ ਟਾਈਮ ਮਿਲੇਗਾ ਤੁਹਾਨੂੰ ਤੇ ਸਾਰੀ ਚੀਜ਼ਾਂ ਤੁਸੀਂ ਕਰ ਸਕੋਗੇ ਉਦੋਂ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਹਾਂਜੀ ਗੁੱਡ ਮਾਰਨਿੰਗ ਮੈਮ। ਸਤਿ ਸ਼੍ਰੀ ਅਕਾਲ ਜੀ, ਗੁੱਡ ਆਪਾਂ ਮਾਰਨਿੰਗ। ਸਰੀ ਤੋਂ ਹਾਂਜੀ ਆਪਾਂ ਸਰੀ ਤੋਂ ਬੋਲ ਰਹੇ ਹਾਂ ਮੈਮ। ਮੈਂ ਇੱਥੇ ਨੈਣੀ ਬੇਸ ਤੇ ਆਈ ਹੋਈ ਹਾਂ। ਮੇਰੀ ਫਾਈਲ ਸਬਮਿਟ ਹੋ ਚੁੱਕੀ ਹੈ ਜਗਦੀ ਦੇ ਵਿੱਚ, ਤੇ ਹੁਣ ਮੇਲ ਦੇ ਵਿੱਚ ਮੇਰਾ ਟੈਂਪਰੇਰੀ ਫਾਈਲ ਨੰਬਰ ਆਇਆ ਜੀ। ਤੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਮੇਰੀ ਇੰਗੇਜਮੈਂਟ ਹੋਈ ਸੀ ਮੇਰੇ ਫਿਆਂਸੀ ਤੇ ਮੈਂ ਇੰਡੀਆ, ਪਰ ਉਹਨਾਂ ਕੋਲ ਅਕਤੂਬਰ ਤੱਕ ਦਾ ਵਿਜ਼ਟਰ ਵੀਜ਼ਾ ਹੈਗਾ ਵਾ। ਜੇ ਮੈਂ ਉਹਨਾਂ ਨੂੰ ਆਥੋਰਾਈਜੇਸ਼ਨ ਲੈਟਰ ਲਿਖਾਉਣੀ ਹੋਵੇ ਕਿ ਹੈਗਾ ਵਾ ਵੀ ਉਹ ਇੱਥੇ ਆ ਸਕਦੇ ਨੇ ਕਿ ਨਹੀਂ, ਵੀ ਉਹਨਾਂ ਨੂੰ ਜ਼ਿਆਦਾ ਟਾਈਮ ਦਾ ਵੀਜ਼ਾ ਚਾਹੀਦਾ, ਮੈਂ ਕਰ ਸਕਦੀ ਹਾਂ ਸਪੌਂਸਰ? ਮੇਰੇ ਕੋਲ ਨੈਣੀ ਦਾ ਵਰਕ ਪਰਮਿਟ ਹੈ। ਆਪਾਂ ਕੁਝ ਪੁੱਛਣਾ ਹੈ ਆਂਸਰ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਤੁਸੀਂ ਕਾਲ ਕੀਤੀ ਹੈ ਜੀ ਸਰ। ਵੈਸੇ ਜਦ ਤੱਕ ਤੁਹਾਡੀ ਮੈਰਿਜ ਨਹੀਂ ਹੁੰਦੀ ਤੁਹਾਡਾ ਹਸਬੈਂਡ ਵੁੱਡ ਨਾਟ ਬੀ ਪਾਰਟ ਆਫ ਯੋਰ ਐਪਲੀਕੇਸ਼ਨ। ਸੋ ਮੈਰਿਜ ਤੋਂ ਬਾਅਦ ਤੁਹਾਡੇ ਹਸਬੈਂਡ ਤੁਹਾਡੀ ਐਪਲੀਕੇਸ਼ਨ ਦਾ ਪਾਰਟ ਬਣ ਸਕਦੇ ਨੇ ਜੀ। ਐਜ਼ ਅ ਫਿਆਂਸੀ ਅਨਫੋਰਚੂਨੇਟਲੀ ਉਹ ਨਹੀਂ ਹੈਗਾ। ਸੋ ਆਪਣੀ ਪੀਆਰ ਦੇ ਉੱਤੇ ਫੋਕਸ ਰੱਖੋ ਐਂਡ ਵਿਆਹ ਕਰਾ ਕੇ ਫਿਰ ਤੁਸੀਂ ਜੇ ਉਹ ਇੱਥੇ ਆ ਜਾਂਦੇ ਨੇ ਤੇ ਐਬਸੋਲੂਟਲੀ ਹੀ ਕੈਨ ਬੀ ਪਾਰਟ ਆਫ ਦਾ ਐਪਲੀਕੇਸ਼ਨ ਤੋਂ ਐਡ ਆਨ ਹੋ ਸਕਦੇ ਨੇ ਤਾਂ ਤੁਹਾਡੀ ਐਪਲੀਕੇਸ਼ਨ ਦੇ ਵਿੱਚ। ਜੇ ਉਹ ਰਿਸਟ੍ਰਿਕਸ਼ਨਸ ਖੁੱਲ ਜਾਂਦੀਆਂ ਟਰੈਵਲ ਕਰਨ ਉਹਨਾਂ ਵਾਸਤੇ ਅਲਾਉਡ ਹੋ ਜਾਂਦਾ ਤਾਂ ਜੀ। ਤੇ ਸਰ ਆਪਾਂ ਗੱਲ ਕਰ ਸੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਐਪਲੀਕੇਸ਼ਨ ਦੀ, ਕਿ ਕਦੋਂ ਤੱਕ ਇਨਵੀਟੇਸ਼ਨਸ ਆ ਸਕਦੇ ਆ ਤੇ ਕਿੰਨੀ ਕੁ ਦੇਰ ਤੱਕ ਇਹ ਜਿਹੜੇ ਆ ਪੂਰੇ ਆ ਜਾਣਗੇ ਇਨਵੀਟੇਸ਼ਨਸ? ਕਿਉਂਕਿ ਬਹੁਤ ਸਾਰੇ ਦਰਸ਼ਕ ਅਪਲਾਈ ਕੀਤਾ ਹੋਇਆ, ਹੁਣ ਇਹੀ ਹੋਣੀ ਹੈ ਕਿ ਕਦੋਂ ਤੋਂ ਆਉਣਗੇ, ਅਸੀਂ ਨਾ ਵਿੱਚ ਰਹਿ ਜਾਈਏ। ਕਰਨ this is really a very good step because 30,000 ਐਪਲੀਕੇਸ਼ਨ ਤਾਦਾਦ ਵੀ ਬੜੀ ਵੱਡੀ ਹੈ, ਨੰਬਰ ਬੜਾ ਵੱਡਾ ਆਏਗਾ। 30,000 ਐਪਲੀਕੇਸ਼ਨ, ਪਿਛਲੇ ਸਾਲ 10,000 ਤੇ ਆਲਮੋਸਟ 3 ਗੁਣਾ ਐਪਲੀਕੇਸ਼ਨਾਂ ਹੋਰ ਐਕਸੈਪਟ ਹੋਣੀਆਂ ਹੈਗੀਆਂ ਐਂਡ ਐਕਸੈਪਟ ਵੀ ਉਹਨਾਂ ਦੇ ਵਿੱਚ ਹੋਣੀਆਂ ਜਿਹੜੀਆਂ ਪਿਛਲੇ ਸਾਲ ਲੱਗੀਆਂ ਹੋਈਆਂ। ਸੋ ਯੈਸ, ਬਹੁਤ ਸਾਰੇ ਲੱਕੀ ਸਾਡੇ ਭੈਣ ਭਾਈ ਹੋਣਗੇ ਐਂਡ ਬਹੁਤ ਸਾਰੇ ਬਜ਼ੁਰਗ ਇਹੋ ਜਿਹੇ ਲੱਕੀ ਹੋਣਗੇ ਕਿ ਆਪਣੇ ਬੱਚਿਆਂ ਦੇ ਕੋਲ ਇੱਥੇ ਪਰਮਾਨੈਂਟਲੀ ਆ ਸਕਦੇ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਮੈਡਮ, ਅਸੀਂ ਪੁੱਛਣਾ ਚਾਹੁੰਦੇ ਹਾਂ ਸਾਨੂੰ ਵੀ ਵਿਜ਼ਟਰ ਵੀਜ਼ੇ ਬਾਰੇ ਕੀ ਅਪਡੇਟ ਆ? ਵੀ ਅਸੀਂ ਆਪਦੀ ਮਦਰ ਨੂੰ ਸੱਦਣਾ ਚਾਹੁੰਦੇ ਸੀ, ਸਾਡੇ ਬੇਬੀ ਆ ਸਾਲ ਦਾ, ਉਹਦੀ ਕੇਅਰ ਦੇ ਲਈ ਵੀ ਵਿਜ਼ਟਰ ਵੀਜ਼ਾ ਵੀ ਅਸੀਂ ਕਰ ਸਕਦੇ ਹਾਂ ਅਪਲਾਈ ਉਹਨਾਂ ਦਾ? ਜੀ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਤੁਸੀਂ ਕਾਲ ਕੀਤੀ ਹੈ ਜੀ ਸਰ। ਬਿਲਕੁਲ ਜੀ, ਐਪਲੀਕੇਸ਼ਨ ਲੱਗ ਸਕਦੀ ਹੈ ਇਸ ਟਾਈਮ ਤੇ ਮਦਰ ਦੀ ਐਂਡ ਬਟ ਤੁਹਾਨੂੰ ਫਾਈਲ ਇਸ ਟਾਈਮ ਸਾਰੀਆਂ ਡਿਲੇਡ ਚੱਲ ਰਹੀਆਂ ਹੈਗੀਆਂ। ਪ੍ਰੋਸੈਸ ਤਾਂ ਹੋਏਗੀ ਬਟ ਥੋੜਾ ਜਿਹਾ ਟਾਈਮ ਚਿਰ ਲੱਗੇਗਾ, ਬਟ ਐਪਲੀਕੇਸ਼ਨ ਪੁੱਟ ਅਪ ਜ਼ਰੂਰ ਕਰ ਦਿਓ ਸਰ। ਵਿਜ਼ਟਰ ਵੀਜ਼ਾਸ ਦੀ ਵੈਸੇ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ? ਐਕਸੀਡੈਂਸੀ ਵਾਲੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ, ਸਾਰੀ ਐਪਲੀਕੇਸ਼ਨਸ ਐਜ਼ ਆਫ ਟੁਡੇ ਨਹੀਂ ਹੋ ਰਹੀਆਂ, ਬਟ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਤਰਨ ਜੀ ਸਾਰੀਆਂ ਚੀਜ਼ਾਂ, ਸਾਰੇ ਹਾਲਾਤ ਚੇਂਜ ਹੋ ਜਾਣਗੇ। ਸਰ ਜਿਹੜੀਆਂ ਇਸ ਵਕਤ ਆਪਾਂ ਡਿਪੈਂਡੈਂਟ ਸਪਾਊਸ ਦੀ ਗੱਲ ਕਰੀਏ, ਜਿਨ੍ਹਾਂ ਦੀ ਉੱਤੇ ਫਾਈਲਸ ਦੇ ਉੱਤੇ ਹੋਲਡ ਲਗਾਇਆ ਗਿਆ ਸੀ, ਕਿ ਉਹਦੇ ਬਾਰੇ ਕੋਈ ਨਵੀਂ ਅਪਡੇਸ਼ਨ ਹੈ ਕਿ ਉਹਨਾਂ ਨੂੰ ਕੋਈ ਪ੍ਰੋਸੈਸ ਦੇ ਵਿੱਚ ਪਾਇਆ? ਤਰਨ, ਜਦ ਤੱਕ ਰਿਸਟ੍ਰਿਕਸ਼ਨਸ ਖਤਮ ਨਹੀਂ ਹੋਣਗੀਆਂ ਤਾਂ ਤੱਕ ਕੋਈ ਅਪਡੇਟ ਨਹੀਂ ਆਉਣਗੀਆਂ ਐਂਡ ਐਜ਼ ਆਫ ਟੁਡੇ ਸਟੇਟਸ ਕੋ ਮੇਨਟੇਨਡ ਹੈਗਾ ਜੀ ਕਿ ਜਿਹੜੀ ਐਪਲੀਕੈਂਟਸ ਵਿਦ ਇਨ ਕੈਨੇਡਾ ਸੀਗੇ ਐਂਡ ਉਹਨਾਂ ਦੇ ਸਪਾਊਸ ਜਾਂ ਡਿਪੈਂਡੈਂਟ ਬਾਹਰ ਬੈਠੇ ਹੋਏ ਸੀਗੇ, ਉਹ ਐਪਲੀਕੇਸ਼ਨ ਹਲੇ ਵੀ ਉਸੇ ਤਰ੍ਹਾਂ ਪ੍ਰੋਸੈਸ ਨਹੀਂ ਹੋ ਰਹੀ। ਸਰ ਵੈਸੇ ਦੇਖੀਏ ਤਾਂ ਬਾਰਡਰ ਓਪਨਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ 9 ਅਗਸਤ ਤੋਂ, 8 ਅਗਸਤ ਤੋਂ ਖੁੱਲ ਰਿਹਾ ਬਾਰਡਰ, ਤੇ ਕੀ ਅਜਿਹੇ ਵਿੱਚ ਹੁਣ CEC ਦੇ ਡਰਾਸ ਬੰਦ ਹੋ ਕੇ ਫੈਡਰਲ ਐਕਸਪ੍ਰੈਸ ਐਂਟਰੀ ਦੇ ਵੀ ਸ਼ੁਰੂ ਹੋ ਸਕਦੇ ਨੇ? ਬਿਲਕੁਲ ਹੋਏਗਾ ਤਰਨ ਜੀ, ਐਂਡ ਸਟੂਡੈਂਟਸ ਨੂੰ ਜਿਹੜੇ ਫੋਰਨ ਵਰਕਰਸ ਇਸ ਟਾਈਮ ਹੈਗੇ ਨੇ, ਦੇ ਹੈਵ ਟੂ ਵਰਕ ਔਨ ਪਲਾਨ B ਜਾਂ ਪਲਾਨ A, ਜਿਹੜਾ ਪਹਿਲੇ ਵਾਲਾ ਪਲਾਨ ਸੀਗਾ, ਦੇ ਹੈਵ ਟੂ ਵਰਕ ਬਿਕੋਜ਼ they were very lucky because ਆ ਪੈਂਡੈਮਿਕ ਕਰਕੇ ਰਿਸਟ੍ਰਿਕਸ਼ਨਸ ਕਰਕੇ ਸਾਰੀਆਂ ਐਪਲੀਕੇਸ਼ਨਸ ਉਹੀ ਪਿਕ ਹੋਈਆਂ ਜਿਹੜੀਆਂ ਵਿਦ ਇਨ ਕੈਨੇਡਾ ਪਰਸੈਂਟ। ਕੈਨ ਯੂ ਇਮੇਜਿਨ ਕਿ 77 ਦੇ ਡਰਾ ਤੇ 28,332 ਐਪਲੀਕੇਸ਼ਨ ਪਿਕ ਹੋਈਆਂ? ਸੋ ਇਹ ਮਿਰੇਕਲ ਹੀ ਹੋਇਆ ਸੀਗਾ ਇੱਕ, ਔਰ ਉਸ ਤੋਂ ਬਾਅਦ 357 ਤੱਕ ਡਰਾ ਗਿਆ, ਵਾਪਸ 369 ਤੱਕ ਚਲਾ ਗਿਆ। ਹਾਲੇ 1-2 ਡਰਾਜ਼ ਹੋਰ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉੱਤੇ
ਫੋਕਸ ਰਹਿਣਗੇ। ਬਟ ਜਿਸ ਤਰ੍ਹਾਂ ਹੀ ਟਰੈਵਲ ਰਿਸਟ੍ਰਿਕਸ਼ਨਸ ਚੱਕੀਆਂ ਜਾਂਦੀਆਂ ਹੈਗੀਆਂ, ਅਗਸਤ ਤੋਂ ਹੋ ਸਕਦਾ, ਸੈਪਟੈਂਬਰ ਤੋਂ ਹੋ ਸਕਦਾ, ਫੋਕਸ ਅਗੇਨ ਵੁੱਡ ਗੋ ਬੈਕ ਟੂ ਐਕਸਪ੍ਰੈਸ ਐਂਟਰੀ ਐਪਲੀਕੈਂਟਸ ਆਊਟਸਾਈਡ ਕੈਨੇਡਾ। ਸੋ ਸੀਸੀ ਤੋਂ ਫੋਕਸ ਥੋੜ੍ਹਾ ਜਿਹਾ ਹਟੇਗਾ ਜੀ। ਐਂਡ ਉਸ ਵਾਸਤੇ ਇੱਕ ਚੀਜ਼ ਜ਼ਰੂਰ ਕਹੂੰਗਾ, ਜਿਹੜੇ ਖਾਸ ਕਰ ਸਟੂਡੈਂਟਸ ਇਸ ਟਾਈਮ ਕੰਮ ਤੇ ਜਾ ਰਹੇ ਨੇ ਜਾਂ ਕੰਮ ਕਰ ਰਹੇ ਨੇ, ਨੌਕ ਬੀ ਦੀ ਜੌਬ ਦੇ ਉੱਤੇ ਫੋਕਸ ਰੱਖੋ। ਨੌਕ ਸੀ ਡੀ TR to PR ਤੁਹਾਨੂੰ ਯਾਦ ਹੋਏਗਾ ਜੀ, ਜਿਹੜੇ ਐਪਲੀਕੈਂਟਸ ਆਏ ਅਸੈਂਸ਼ੀਅਲ, ਨਾਨ ਅਸੈਂਸ਼ੀਅਲ, ਵੀਜ਼ਾ ਐਪਲੀਕੇਸ਼ਨਸ ਇੱਕੋਦਮ 30,000 ਐਪਲੀਕੇਸ਼ਨਸ ਇੱਕੋਦਮ ਭਰੀਆਂ ਗਈਆਂ। ਐਂਡ ਖਾਸ ਕਰ ਜਿਹੜਾ ਰੀਸੈਂਟ ਡਿਸੀਜਨ ਆਇਆ ਗਵਰਨਮੈਂਟ ਦਾ ਕਿ ਐਕਸਟੈਂਸ਼ਨਸ ਵੀ ਅਸੀਂ ਦੇਵਾਂਗੇ ਪੋਸਟ ਗ੍ਰੈਡ ਵਰਕ ਪਰਮਿਟ ਦੀ, ਜਾਂ ਵਰਕ ਪਰਮਿਟ ਜਿਨ੍ਹਾਂ ਕੋਲ ਸੀਗਾ ਉਹਨਾਂ ਦੀ ਐਕਸਟੈਂਸ਼ਨਸ ਵੀ ਮਿਲੇਗੀ ਅਗਲੇ ਸਾਲ ਦਸੰਬਰ 2022 ਤੱਕ। ਉਸ ਤੋਂ ਬਾਅਦ ਤਾਂ ਐਪਲੀਕੇਸ਼ਨ ਇੱਕਦਮ ਝੜੀ ਲੱਗ ਗਈ ਤਰਨ ਜੀ। ਜਿਹੜੇ ਨਾਨ ਅਸੈਂਸ਼ੀਅਲ ਵਾਲੇ ਵੀ ਸੀਗੇ, ਜਿਹੜੇ ਕੰਮ ਕਰ ਰਹੇ ਸੀਗੇ ਐਜ਼ ਅ ਕਿਸੇ ਵੀ ਫੀਲਡ ਦੇ ਵਿੱਚ, ਡਰਾਈਵਰਸ ਦੇ ਵਿੱਚ ਸੀਗੇ, ਹਰ ਫੀਲਡ ਦੇ ਵਿੱਚ ਕੈਸ਼ੀਅਰ ਸੀਗੇ, ਉਹ ਐਪਲੀਕੇਸ਼ਨ ਇਸ ਤਰ੍ਹਾਂ ਤਾਦਾਦ ਦੇ ਵਿੱਚ ਫਿਲ ਹੋਈਆਂ, ਤਕਰੀਬਨ ਇੱਕ ਦਿਨ ਦੇ ਵਿੱਚ 10,000 ਤੋਂ ਜ਼ਿਆਦਾ ਐਪਲੀਕੇਸ਼ਨਾਂ ਲੱਗ ਗਈਆਂ ਜੀ। ਤੋ ਯੈਸ, ਬੱਚਿਆਂ ਨੂੰ ਥੋੜ੍ਹਾ ਜਿਹਾ ਸੋਚਣਾ ਪਏਗਾ, ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ। ਪਲਾਨ ਯੋਰ ਕੈਰੀਅਰ ਵੈਰੀ ਵੈਲ। ਤੁਹਾਡੇ ਮਾਂ-ਪਿਓ ਨੇ, ਤੁਸੀਂ ਬੜੀਆਂ ਮਿਹਨਤਾਂ ਕੀਤੀਆਂ, ਤੁਹਾਡੇ ਮਾਂ-ਪਿਓ ਨੇ ਕਈ ਸਰਫੇ ਕਰਕੇ ਤੁਹਾਨੂੰ ਇੱਥੇ ਪੜ੍ਹਨ ਵਾਸਤੇ ਭੇਜਿਆ। ਪਲਾਨ ਯੋਰ ਕੈਰੀਅਰ ਵੈਰੀ ਵੈਲ ਤਾਂ ਕਿ ਅਗਲੇ ਸਾਲ ਤੁਹਾਨੂੰ ਐਂਡ ਜਿੱਥੇ ਆਈਲੈਟਸ ਇੰਪਰੂਵਮੈਂਟ ਦੇ ਨਾਲ ਤੁਹਾਡਾ ਸਕੋਰ ਵੱਧਦਾ ਜਾਂ ਕੁਝ ਹੋਰ ਕਰਕੇ ਵੱਧਦਾ ਹੈਗਾ, ਉਸ ਚੀਜ਼ ਦੇ ਉੱਤੇ ਫੋਕਸ ਵਾਪਸ ਆਪਣਾ ਲੈ ਆਓ ਜੀ। ਬਿਲਕੁਲ ਸਰ, ਕਾਲਰ ਜੁੜ ਗਏ ਨੇ, ਕਾਲ ਆ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਗੱਲ ਕਰ ਰਿਹਾ ਜੀ, ਇੰਡੀਆ ਤੋਂ ਜੀ। ਤੇ ਮੇਰਾ ਸਵਾਲ ਮਨੂ ਦੱਤਾ ਜੀ ਨੂੰ ਇੱਕ ਪੁੱਛਣਾ ਚਾਹੁੰਦਾ ਮੈਂ ਜੀ। ਸਤਿ ਸ਼੍ਰੀ ਅਕਾਲ ਮਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਨੂ ਜੀ। ਅਸਲ 'ਚ ਮੈਂ ਥੋੜਾ ਜਿਹਾ ਡਿਸਕਸ ਕਰਨਾ ਚਾਹੁੰਦਾ ਆਪਣੀ ਕੁਛ ਪ੍ਰੋਫਾਈਲ ਬਾਰੇ, ਤੁਸੀਂ ਸ਼ਾਇਦ ਮੈਨੂੰ ਹੈਲਪ ਕਰ ਸਕਦੇ ਹੋ। ਮੈਂ ਅਸਲ ਦੇ ਵਿੱਚ 2015 ਤੋਂ 2015 ਤੋਂ ਇੱਕ ਕੈਨੇਡੀਅਨ ਕੰਪਨੀ ਤੁਹਾਡੇ ਇੱਥੇ ਗ੍ਰੋਥ ਲੋਨ ਦਾ ਕੰਮ ਕਰਦੀ ਹੈ। ਮੈਂ 6-7 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ ਤੇ ਮੇਰੀ ਸੈਲਰੀ ਵੀ ਮੈਨੂੰ ਡਾਲਰ 'ਚ ਆਉਂਦੀ ਹੈ ਇੱਥੇ ਇੰਡੀਆ ਦੇ ਵਿੱਚ, ਬੈਂਕ ਟੂ ਬੈਂਕ ਆਉਂਦੀ ਹੈ ਤੇ ਮੈਂ ਇੱਥੇ ਟੈਕਸ ਵੀ ਪੇ ਕਰਦਾ ਹਾਂ ਤੇ ਉਹ ਜਿਹੜੀ ਕੈਨੇਡੀਅਨ ਕੰਪਨੀ ਉਹ ਵੀ ਟੈਕਸ ਪੇ ਕਰਦੇ ਆ, ਰਾਈਟ। ਤੇ ਮੇਰੀ ਜਿਹੜੀ ਸੈਲਰੀ ਹੈਗੀ ਉਹ ਆਲਮੋਸਟ $1,000 ਹੈ ਇੰਡੀਆ ਦੇ ਅਕੋਰਡਿੰਗਲੀ। ਉਹ $50,000 ਆ, ਸੌਰੀ $50,000 ਰੁਪੀਜ਼ ਆਲਮੋਸਟ 45 to 50,000 ਰੁਪੀਜ਼ ਜੀ। ਤੇ ਇਸ ਕੇਸ 'ਚ ਮੈਂ ਕੋਈ ਅਪਲਾਈ ਕਰ ਸਕਦਾ ਕੋਈ ਪੁਆਇੰਟ ਸਿਸਟਮ ਤੇ ਜਾਂ ਸਮਥਿੰਗ ਕੁਛ ਏਦਾਂ ਦਾ, ਜਾਂ ਵਿਜ਼ਟਰ ਵੀਜ਼ਾ ਜਾਂ ਫਿਰ ਮੈਨੂੰ ਟੂਰਿਸਟ ਤੇ ਮੈਨੂੰ ਕਰ ਸਕਦੇ ਇਨਵਾਈਟ ਮੇਰੀ ਕੰਪਨੀ ਵਾਲੇ ਜਿਹੜੇ ਉੱਥੇ ਨੇ ਕੈਨੇਡਾ 'ਚ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ, ਤੁਸੀਂ ਕਾਲ ਕੀਤੀ ਹੈ, ਥੈਂਕ ਯੂ ਜੀ ਸਰ। ਨੈਕਸਟ ਕਾਲਰ ਜੁੜ ਗਏ ਨੇ, ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਸਰੀ ਤੋਂ ਬੋਲਦੀ ਹਾਂ ਜੀ। ਮੈਂ ਤੁਹਾਡਾ ਟੀਵੀ ਸ਼ੋਅ ਦੇਖਦੀ ਪਈ ਸੀ, ਇਹਦੇ ਉੱਪਰ ਲਿਖਿਆ ਹੋਇਆ ਵੀ ਮਾਪਿਆਂ ਦੀ ਅਰਜ਼ੀਆਂ ਖੋਲੀਆਂ। ਇਹ ਲੋਟਰੀ ਸਿਸਟਮ ਓਪਨ ਹੋ ਗਿਆ ਹੈ ਦੁਬਾਰਾ ਕਿ ਕੋਈ ਵੀ ਜਿੱਦਾਂ ਜਿਹੜੀਆਂ ਲੋਟਰੀਜ਼ ਪਿਕ ਹੋਈਆਂ ਸੀ ਉਹਨਾਂ ਨੂੰ ਅਪਲਾਈ ਕਰਨ ਲਈ ਸਪਾਂਸਰ ਆ ਰਹੇ? ਅਸੀਂ ਹੁਣੀ ਇਸ ਦੇ ਬਾਰੇ ਵਿੱਚ ਹਜੇ ਗੱਲਬਾਤ ਕਰਕੇ ਹਟੇ ਹਾਂ। ਤੁਸੀਂ ਸਾਡਾ ਪ੍ਰੋਗਰਾਮ ਨਾਲ ਦੀ ਨਾਲ ਫੇਸਬੁੱਕ ਤੇ ਵੀ ਦੇਖ ਸਕਦੇ ਹੋ, ਉੱਥੇ ਬੈਕ ਸਕਰੋਲ ਕਰੋਗੇ ਸਾਰੀ ਇਨਫੋਰਮੇਸ਼ਨ ਮਿਲ ਜੂ। ਕੋਸ਼ਿਸ਼ ਕਰਾਂਗੇ ਜੇ ਸਮਾਂ ਹੋਇਆ ਤਾਂ ਅਸੀਂ ਦੁਬਾਰਾ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ। ਸ਼ੁਕਰੀਆ ਕਿਉਂਕਿ ਮੈਂ ਮਿਸ ਕਰ ਦਿੱਤਾ ਨਾ ਤੁਹਾਡਾ ਉਹ ਵਾਲਾ ਪਾਰਟ ਜੀ। ਬਿਲਕੁਲ, ਤੁਹਾਨੂੰ ਪ੍ਰੋਗਰਾਮ ਦੇ ਅਖੀਰ 'ਚ ਇੱਕ ਵਾਰੀ ਫਿਰ ਤੋਂ ਦੱਸ ਦੇਵਾਂਗੇ। ਸ਼ੁਕਰੀਆ ਕਾਲ ਕਰਨ ਲਈ, ਥੈਂਕ ਯੂ ਜੀ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਨਿਊਯਾਰਕ ਤੋਂ ਬੋਲਦੇ ਹਾਂ ਜੀ। ਤੇ ਮੈਂ ਪਤਾ ਕਰਨਾ ਸੀ ਵੀ ਮੇਰੀ ਬੇਟੀ ਸ਼ਾਦੀ ਹੋਈ ਨੂੰ ਹੋ ਗਿਆ ਸਾਲ ਕੁ, ਤੇ ਉਹ ਵੀ ਕਰ ਸਕਦੇ ਅਪਲਾਈ ਕੈਨੇਡਾ ਲਈ? ਮੈਨੂੰ ਤੁਹਾਡਾ ਸਵਾਲ ਨਹੀਂ ਸਮਝ ਆਇਆ ਜੀ। ਕੈਨੇਡਾ ਲਈ ਕੀ ਅਪਲਾਈ ਕਰਨਾ ਚਾਹੁੰਦੇ ਨੇ ਉਹ? ਹਾਂਜੀ, ਉਹ ਆਉਣ ਵਾਸਤੇ ਮਤਲਬ ਕਰ ਸਕਦੇ ਅਪਲਾਈ? ਕੋਈ ਹੈ ਕੋਈ? ਉਹ ਕਿੱਥੇ ਰਹਿੰਦੇ ਨੇ ਇਸ ਵਕਤ? ਇੰਡੀਆ ਰਹਿੰਦੇ ਆ। ਇੰਡੀਆ ਰਹਿੰਦੇ ਨੇ ਤੇ ਉਹ ਕੈਨੇਡਾ ਘੁੰਮਣ ਲਈ ਆਉਣਾ ਚਾਹੁੰਦੇ ਨੇ? ਹਾਂਜੀ, ਟੂਰਿਸਟ ਵੀਜ਼ਾ ਲਈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ, ਤੁਸੀਂ ਕਾਲ ਕੀਤੀ ਆ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਬ੍ਰੈਂਪਟਨ ਤੋਂ ਬੋਲਦੇ ਆ ਜੀ। ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਜੀ ਮੇਰਾ OCI ਦਾ ਮੇਰਾ ਕਾਰਡ ਬਣਿਆ ਹੋਇਆ ਵਾ। ਪਹਿਲੇ ਪਾਸਪੋਰਟ ਤੇ ਸਟੈਂਪ ਲੱਗੀ ਹੋਈ ਆ, ਹੁਣ ਨਵੇਂ ਤੇ ਮੈਂ ਲਵਾਈ ਨਹੀਂ। ਉੱਤੇ ਜ਼ਰੂਰੀ ਹੈ ਜਾਂ ਸਰ OCI ਦੇ ਬਾਰੇ ਵਿੱਚ ਨਹੀਂ, ਇਸ ਵਕਤ ਅਸੀਂ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲ ਹੈ ਤਾਂ ਸਾਨੂੰ ਪੁੱਛ ਸਕਦੇ ਹੋ, ਅਦਰਵਾਈਜ਼ ਤੁਸੀਂ 6 ਤੋਂ 7 ਦੇ ਵਿੱਚ ਕਾਲ ਕਰ ਲਿਓ। ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ ਸਰ। ਪਹਿਲਾਂ ਜਿਨ੍ਹਾਂ ਨੇ ਆਪਣੀ ਕੰਪਨੀ ਦੀ ਗੱਲ ਕੀਤੀ ਸੀ ਕਿ 2015 ਤੋਂ ਕੰਮ ਕਰ ਰਹੇ ਨੇ ਤੇ ਕੈਨੇਡਾ ਸਕੋਪ ਬਾਰੇ ਜਾਣਨਾ ਚਾਹੁੰਦੇ ਨੇ। ਬਿਲਕੁਲ ਜੀ, ਪਹਿਲੀ ਗੱਲ ਤਾਂ ਵਿਜ਼ਿਟ ਵੀਜ਼ਾ ਤੇ ਉਹ ਪੁੱਛ ਰਹੇ ਸੀਗੇ ਕਿ ਵਿਜ਼ਿਟ ਵੀਜ਼ਾ ਤੇ ਆ ਸਕਦਾ। ਬਿਲਕੁਲ ਆ ਸਕਦੇ ਹੋ ਜੀ, ਪ੍ਰੋਵਾਈਡਡ ਕੰਪਨੀ ਤੁਹਾਨੂੰ ਲੈਟਰ ਆਫ ਇਨਵੀਟੇਸ਼ਨ ਵਗੈਰਾ ਭੇਜੇ। ਸਾਰੇ ਤੁਸੀਂ ਆਪਣੀ
ਟਾਈਜ਼ ਸ਼ੋ ਕਰਨੀਆਂ ਹੈਗੀਆਂ, ਟਾਈਜ਼ ਤੁਹਾਡੇ ਕੋਲ ਸਟਰੋਂਗ ਹੈਗੀਆਂ, ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਨੇ, ਤੇ ਐਬਸੋਲੂਟਲੀ ਤੁਸੀਂ ਉਹਦਾ ਐਡਵਾਂਟੇਜ ਲੈ ਸਕਦੇ ਹੋ। ਦੂਜੀ ਗੱਲ ਆ ਗਈ ਕਿ PR ਅਪਲਾਈ ਕਰਨੀ ਹੈਗੀ ਹੈ। PR ਅਪਲਾਈ ਬਿਲਕੁਲ ਤਾਂ ਵੀ ਕਰ ਸਕਦੇ ਹੋ ਜੀ, ਬਟ ਜੇ ਤੁਹਾਡੀ ਕੰਪਨੀ ਤੁਹਾਨੂੰ LMIA ਵਰਕ ਪਰਮਿਟ ਵਾਸਤੇ ਇੱਥੇ ਸੱਦਣਾ ਚਾਹੁੰਦੀ ਹੈ ਤੇ ਉਹ ਵੀ ਤੁਹਾਡੇ ਵਾਸਤੇ ਐਡਵਾਂਟੇਜੀਅਸ ਹੋ ਸਕਦਾ ਹੈਗਾ, ਬਿਕੋਜ਼ ਯੂ ਨੈਵਰ ਨੋ ਕਿ ਅਗਲੇ ਸਾਲ ਕਿਸ ਤਰ੍ਹਾਂ ਦਾ ਰਹੇਗਾ। ਤੇ ਜੇ ਤੁਹਾਡੇ ਕੋਲ ਡਿਗਰੀ ਹੈਗੀ ਹੈ, IELTS ਦਾ ਸਕੋਰ ਠੀਕ ਠਾਕ ਹੈਗਾ ਤੇ LMIA ਮਿਲ ਜਾਂਦਾ ਤੇ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਡੈਫੀਨਿਟਲੀ ਤੁਹਾਡਾ ਸਕੋਰ ਦੇ ਵਿੱਚ ਕਾਫੀ ਵਾਧਾ ਹੋ ਸਕਦਾ ਹੈਗਾ। ਸੋ ਐਬਸੋਲੂਟਲੀ ਤੁਸੀਂ ਉਹਦੇ ਵਿੱਚ ਜਾ ਸਕਦੇ। ਜੀ ਬਿਲਕੁਲ। ਨੈਕਸਟ ਸੀ ਸਰੀ ਤੋਂ ਕਾਲ ਆਈ ਸੀ, ਉਹ ਪੁੱਛਣਾ ਚਾਹੁੰਦੇ ਸੀ ਕਿ ਸੌਰੀ ਨਿਊਯਾਰਕ ਤੋਂ ਕਾਲ ਆਈ ਸੀ, ਉਹ ਪੁੱਛਣਾ ਚਾਹੁੰਦੇ ਸੀ ਕਿ ਉਹਨਾਂ ਦੀ ਬੇਟੀ ਦੀ ਮੈਰਿਜ ਹੋਈ ਹੈ ਤੇ ਉਹ ਆ ਸਕਦੇ ਕੈਨੇਡਾ ਘੁੰਮਣ ਲਈ। ਹਾਂਜੀ ਬਿਲਕੁਲ ਆ ਸਕਦੇ ਨੇ ਜੀ, ਕੈਨੇਡਾ ਕਿਉਂ ਨਹੀਂ ਘੁੰਮਣ ਆ ਸਕਦੇ, ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਆ। ਬਟ ਅੱਜ ਦੀ ਤਰੀਕ ਦੇ ਵਿੱਚ ਬੈਕਲੌਗ ਕਾਫੀ ਜ਼ਿਆਦਾ ਹੈਗਾ। ਜੇ ਇਮੀਡੀਏਟ ਫੈਮਿਲੀ ਮੈਂਬਰਸ ਕੈਨੇਡਾ 'ਚ ਹੈਗੇ ਨੇ ਤੇ ਐਪਲੀਕੇਸ਼ਨ ਪ੍ਰਾਇੋਰਟੀ ਦੇ ਵਿੱਚ ਪ੍ਰੋਸੈਸ ਹੋ ਸਕਦੀ ਹੈ। ਅਦਰਵਾਈਜ਼ ਜੇ ਵਿਜ਼ਿਟ ਵੀਜ਼ਾ, ਟੂਰਿਸਟ ਵੀਜ਼ਾ ਤੇ ਇੰਡੀਆ ਤੋਂ ਹੈਗੇ ਨੇ ਤੇ ਇੰਡੀਆ ਦੀ ਐਪਲੀਕੇਸ਼ਨਸ ਅਗਸਤ 21 ਤੋਂ ਬਾਅਦ ਐਕਚੁਅਲ ਡਿਸੀਜਨ ਆਉਣਾ ਸ਼ੁਰੂ ਹੋਏਗਾ, ਜਦੋਂ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋਣਗੀਆਂ, ਫਿਰ ਉਹ ਫਾਈਲਸ ਪ੍ਰਾਇੋਰਟੀ ਦੇ ਪ੍ਰੋਸੈਸ ਹੋਣੀਆਂ ਸ਼ੁਰੂ ਹੋਣਗੀਆਂ। ਜੀ ਨੈਕਸਟ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ, ਸੋ ਉਹਨਾਂ ਦੇ ਵੀ ਅਸੀਂ ਕਾਲ ਲੈ ਲਈਏ, ਇਸ ਤੋਂ ਬਾਅਦ ਅਸੀਂ ਆਪਣੇ ਟੌਪਿਕ ਉੱਤੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਅਸੀਂ ਸਰੀ ਤੋਂ ਗੱਲ ਕਰ ਰਹੇ ਹਾਂ ਜੀ। ਮੇਰਾ ਸਵਾਲ ਹੈ ਜੀ, TR to PR ਐਪਲੀਕੇਸ਼ਨ ਸਟੂਡੈਂਟਸ ਨੇ ਜਿਵੇਂ ਅਪਲਾਈ ਕਰੀ ਹੋਵੇ ਤੇ ਉਸ ਤੋਂ ਬਾਅਦ ਚ ਐਕਸਪ੍ਰੈਸ ਦੇ ਵਿੱਚ ਵੀ ਉਹਦਾ ਡਰਾ ਦੇ ਵਿੱਚ ਨਾਮ ਆ ਜਾਵੇ, ਉਸ ਤੋਂ ਬਾਅਦ ਫਿਰ ਉਹ TR to PR ਐਪਲੀਕੇਸ਼ਨ ਵਿਦਡਰਾ ਕਿਸ ਤਰ੍ਹਾਂ ਕਰ ਸਕਦਾ ਆਪਣੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਤੁਸੀਂ ਕਾਲ ਕੀਤੀ ਆ ਜੀ ਸਰ। ਗੱਲ ਕਰਾਂਗੇ ਇੱਕ ਕਾਲਰ ਪਹਿਲਾਂ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕੈਲਗਰੀ ਤੋਂ ਬੋਲ ਰਿਹਾ ਜੀ। ਮੇਰਾ ਸਵਾਲ ਸੀਗਾ ਕਿ ਮੇਰੀ ਸਿਸਟਰ ਜੀ ਇੰਡੀਆ, ਉਹਨਾਂ ਨੇ ਆਪ ਤਾਂ ਨਹੀਂ ਇੱਥੇ ਆਉਣਾ ਕੈਨੇਡਾ ਦੇ ਵਿੱਚ, ਤੇ ਪਰ ਉਹਨਾਂ ਦੇ ਦੋ ਬੇਟੇ ਹੈਗੇ ਜੀ, ਇੱਕ ਦੀ ਉਮਰ 15 ਸਾਲ ਹੈ, ਦੂਜੇ ਦੀ 12 ਸਾਲ ਹੈ ਜੀ। ਤੇ ਕੋਈ ਨਾਨਾ ਨਾਨੀ ਉਹਨਾਂ ਵਾਸਤੇ, ਬੱਚਿਆਂ ਵਾਸਤੇ ਕੁਝ ਸਪਾਂਸਰ ਵਗੈਰਾ ਕੁਝ ਕਰ ਸਕਦੇ ਜੀ? ਕੋਈ ਇਸ ਬਾਰੇ ਪੁੱਛਣਾ ਸੀ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ, ਟੀਵੀ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਜੀ ਸਰ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਮੈਂ ਬਰਾ ਜਿਹੜੇ ਸਟੂਡੈਂਟ ਆ, ਤੁਹਾਡੀ ਆਵਾਜ਼ ਹੀ ਕੱਟ ਕੇ ਆ ਰਹੀ ਹੈ। ਤੁਸੀਂ ਜਾਂ ਤਾਂ ਦੁਬਾਰਾ ਕਾਲ ਕਰ ਲਿਓ ਜਾਂ ਤੁਸੀਂ ਥੋੜਾ ਜਿਹਾ ਸਾਈਡ ਤੇ ਹੋ ਕੇ ਗੱਲ ਕਰੋ, ਤੁਹਾਡੀ ਆਵਾਜ਼ ਪੂਰੀ ਸੁਣਾਈ ਨਹੀਂ ਦੇ ਰਹੀ। ਤੁਸੀਂ ਦੁਬਾਰਾ ਕਾਲ ਕਰ ਲਿਓ ਜੀ, ਤੁਹਾਡੀ ਆਵਾਜ਼ ਨਹੀਂ ਸੁਣਾਈ ਦੇ ਰਹੀ, ਤੁਸੀਂ ਥੋੜਾ ਜਿਹਾ ਸਾਈਡ ਤੇ ਹੋ ਕੇ ਗੱਲ ਕਰ ਲਿਓ ਜੀ। ਸ਼ੁਕਰੀਆ ਕਾਲ ਕਰਨ ਲਈ ਸਰ। ਸਰੀ ਤੋਂ ਪਹਿਲਾਂ ਜਿਨ੍ਹਾਂ ਦੀ ਕਾਲ ਆਈ ਸੀ TR to PR ਦੀ ਗੱਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿਵੇਂ ਵਿਡਰਾ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ 40,000 ਦੇ ਵਿੱਚ ਐਪਲੀਕੇਸ਼ਨ ਲਗਾਈਆਂ ਹੈਗੀਆਂ। ਹੁਣ ਹੋਇਆ ਕੀ ਹੈਗਾ ਕਿ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਜਿਹੜੀ ਆ ਐਕਸਪ੍ਰੈਸ ਐਂਟਰੀ CC ਦੇ ਵਿੱਚ ਐਪਲੀਕੇਸ਼ਨਾਂ ਪਿਕ ਹੋਈਆਂ ਸੀਗੀਆਂ, ਉਹ 3-3 ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋ ਗਈਆਂ। ਬਿਲਕੁਲ। ਸੋ ਹੁਣ ਉਹਨਾਂ ਦੇ ਕੋਲ ਦੇ ਵਾਂਟ ਕਿ PR ਸਾਡੀ ਜਲਦੀ ਹੋ ਜਾਵੇ, ਬਿਕੋਜ਼ ਹਾਲੇ ਪਤਾ ਨਹੀਂ ਹੈਗਾ ਕਿ TR to PR ਦੇ ਵਿੱਚ ਕਿੰਨਾ ਸਮਾਂ ਲੱਗੇਗਾ। ਸੋ ਇਸ ਕਰਕੇ ਬਹੁਤ ਸਾਰੇ ਸਟੂਡੈਂਟਸ ਇਹਦੇ ਉੱਤੇ ਫੋਕਸਡ ਹੈਗੇ ਨੇ ਐਂਡ ਕਹਿੰਦੇ ਆ ਬਰਡ ਇਨ ਹੈਂਡ ਇਜ਼ ਆਲਵੇਜ਼ ਬੈਟਰ ਦੈਨ ਟੂ ਇਨ ਦਾ ਬੁਸ਼। ਵਿਡਰਾ ਕਰਨ ਦੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਆਫਿਸ ਦੇ ਵਿੱਚ ਐਂਡ ਵੀ ਕੈਨ ਸੁਜੈਸਟ ਯੂ। ਜੇ ਤੁਹਾਡੀ ਇਧਰ ਪਿਕ ਹੋ ਗਈ ਹੈਗੀ ਹੈ CC ਦੇ ਵਿੱਚ ਐਪਲੀਕੇਸ਼ਨ, ਤੇ ਐਬਸੋਲੂਟਲੀ ਤੁਸੀਂ ਇਟ ਇਜ਼ ਅਪ ਟੂ ਯੂ ਟੂ ਡਿਸਾਈਡ ਕਿ ਕੀ ਕਰਨਾ ਹੈਗਾ ਜੀ। ਬਿਲਕੁਲ ਸਰ, ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ, ਮੈਂ ਬ੍ਰਾਂਟਨ ਤੋਂ ਬੋਲ ਰਹੀ ਹਾਂ। ਹਾਂਜੀ। ਤੇ ਪੁੱਛਣਾ ਸੀ ਬੇਟੇ, ਜਿਹੜੀਆਂ ਸਤੰਬਰ 'ਚ ਜਿਹੜੇ ਸਟੂਡੈਂਟ ਆਪਣੇ ਕਾਲਜ ਲੱਗਣੇ, ਉਹਨਾਂ ਨੂੰ ਕਦੋਂ ਤੱਕ ਵੀਜ਼ੇ ਮਿਲਣਗੇ ਤੇ ਆਉਣਗੇ, ਤੇ ਕਦੋਂ ਤੱਕ ਉਹਨਾਂ ਨੂੰ ਸਰ ਫਾਲ ਇਨਟੇਕ ਲਈ ਜਿਨ੍ਹਾਂ ਨੇ ਲਗਾਇਆ ਜੀ? ਤੁਸੀਂ ਟੀਵੀ ਤੇ ਆਨਸਰ ਸੁਣ ਲਿਓ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ, ਟੀਵੀ ਤੇ ਸੁਣ ਲਿਓ ਤੁਸੀਂ। ਕੈਲਗਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਦੀ ਸਿਸਟਰ ਦੇ 2 ਬੱਚੇ ਨੇ, ਨਾਨਾ ਨਾਨੀ ਉਹਨਾਂ ਨੂੰ ਸਪਾਂਸਰ ਕਰ ਸਕਦੇ ਨੇ ਕਿਸੇ ਤਰੀਕੇ ਨਾਲ। ਇੱਕ ਦੀ 12 ਸਾਲ ਦੀ ਉਮਰ ਹੈ ਤੇ ਇੱਕ ਦੀ 15 ਸਾਲ ਦੀ। ਬਿਲਕੁਲ ਜੀ, ਸਪਾਂਸਰ ਵਿਜ਼ਿਟ ਵੀਜ਼ਾ ਵਾਸਤੇ ਕਰ ਸਕਦੇ ਨੇ ਐਂਡ ਦੇ ਕੈਨ ਬੀ ਹੇਅਰ। ਉਹ ਬੱਚੇ ਘੁੰਮਣ ਆ ਸਕਦੇ ਨੇ ਆਪਣੇ ਨਾਨਾ ਨਾਨੀ ਦੇ ਕੋਲ, ਤੇ ਐਬਸੋਲੂਟਲੀ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਜੀ। ਨੈਕਸਟ ਬ੍ਰੈਂਪਟਨ ਤੋਂ ਹੀ ਕਾਲ ਆਈ ਸੀ, ਸਟੂਡੈਂਟਸ ਦੀ ਗੱਲ ਕਰ ਰਹੇ ਨੇ ਸੈਪਟੰਬਰ ਇਨਟੇਕ ਲਈ, ਕਦੋਂ ਤੱਕ ਆ ਸਕਦੇ ਕਰਨ? ਐਜ਼ ਅ ਮੈਟਰ ਆਫ ਫੈਕਟ ਸੈਪਟੰਬਰ ਇਨਟੇਕ ਵਾਸਤੇ ਵੀਜ਼ੇ ਲੱਗਣੇ ਸ਼ੁਰੂ ਹੋ ਚੁੱਕੇ ਨੇ, ਕਾਫੀ ਫਾਈਲਸ ਪ੍ਰੋਸੈਸ ਹੋ ਚੁੱਕੀਆਂ ਹੈਗੀਆਂ, ਕਾਫੀ ਫਾਈਲਸ ਪ੍ਰੋਸੈਸ ਹੋਣੀਆਂ ਵੀ ਹੈਗੀਆਂ, ਬਟ ਅਗਸਤ ਦੇ ਮਹੀਨੇ ਤੱਕ ਵੀਜ਼ੇ ਲੱਗ ਸਕਦੇ ਹੈਗੇ ਜੀ ਐਂਡ ਇਟ ਇਜ਼ ਓਕੇ। ਹਲੇ ਇੰਨੀ ਕੋਈ ਐਕਸੀਡੈਂਸੀ ਨਹੀਂ ਹੈਗੀ, ਬਟ ਜਿਨ੍ਹਾਂ ਨੇ ਟਾਈਮ ਤੇ ਫਾਈਲ ਲਗਾਈ ਸੀਗੀ ਉਹ ਸਾਰੀਆਂ ਪ੍ਰੋਸੈਸ ਹੋ ਚੁੱਕੀਆਂ ਜੀ। ਸਰ TR to PR ਐਪਲੀਕੇਸ਼ਨਸ ਦੀ ਜੇ ਗੱਲ ਕੀਤੀ ਜਾਵੇ ਤਾਂ 40,000 ਐਪਲੀਕੇਸ਼ਨਸ ਇਨਵਾਈਟ ਕੀਤੀਆਂ ਗਈਆਂ ਸੀ, 40,000 ਨੂੰ ਐਕਸੈਪਟ ਕੀਤਾ ਗਿਆ। ਬਹੁਤ ਸਾਰੇ ਅਜਿਹੇ ਸੀ ਜਿਨ੍ਹਾਂ ਨੇ 2-2 ਵਾਰ ਐਪਲੀਕੇਸ਼ਨ ਪੁੱਟ ਕੀਤੀ ਹੈ, ਜਾਂ ਕਈ ਅਜਿਹੇ ਸੀ ਜਿਨ੍ਹਾਂ ਦੀਆਂ ਹੁਣ ਐਪਲੀਕੇਸ਼ਨਸ ਦੇ ਉੱਤੇ ਜਿਹੜਾ ਦੇਖਿਆ ਜਾ ਰਿਹਾ ਕਿ ਇਨਕੰਪਲੀਟ ਨੇ, ਤਾਂ ਉਹ ਰਿਜੈਕਟ ਕੀਤੀਆਂ ਜਾ ਰਹੀਆਂ ਨੇ।
ਸੋ ਜਿਹੇ 'ਚ ਜਿਹੜੀ ਹੁਣ ਬਾਕੀ ਦਾ ਸਿਸਟਮ ਬਣਦਾ ਹੈ ਕਿ ਉਹ ਦੁਬਾਰਾ ਇਨਵੀਟੇਸ਼ਨਸ ਭੇਜਣਗੇ ਜਿਹੜੀਆਂ ਬਾਕੀ ਪਲੇਸ ਖਾਲੀ ਹੋਏਗਾ, ਜਾਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਦਸੰਬਰ ਦੇ ਲਾਗੇ ਕੋਈ ਹੋਰ ਵੀ ਨਵਾਂ ਪ੍ਰੋਗਰਾਮ ਆ ਸਕਦਾ ਹੈ? ਕਰਨ ਜੀ ਇਸ ਬਾਰੇ ਗੱਲ ਹੋ ਰਹੀ ਸੀਗੀ ਕਿ ਇੱਕ ਵਾਰੀ ਹੋਰ ਇਹੋ ਜਿਹੀਆਂ ਇਨਟੇਕਸ ਲਿੱਤੀਆਂ ਜਾਣ ਤਾਂ ਕਿ ਟੀਆਰ ਟੂ ਪੀਆਰ ਦੇ ਵਿੱਚ ਅਸੈਂਸ਼ੀਅਲ ਨੌਨ ਅਸੈਂਸ਼ੀਅਲ ਦੇ ਵਿੱਚ ਦੁਬਾਰਾ ਉਸ ਤਾਦਾਦ ਦੇ ਵਿੱਚ ਐਪਲੀਕੇਸ਼ਨ ਲਿੱਤੀਆਂ ਜਾ ਸਕਣ, ਤਾਂ ਕਿ ਜਿਹੜੇ ਸਟੂਡੈਂਟਸ ਹੈਗੇ ਨੇ, ਜਿਹੜੇ ਪਾਸ ਆਊਟ ਹੋਏ ਨੇ, ਉਹਦੇ ਦੋ ਬੈਨੀਫਿਟ ਹੈਗੇ ਨੇ। ਇੱਕ ਤਾਂ ਕੈਨੇਡਾ ਦੇ ਵਿੱਚ ਐਪਲੀਕੈਂਟ ਪਹਿਲੇ ਹੀ ਮੌਜੂਦ ਹੈਗਾ, ਸੋ ਬਾਹਰੋਂ ਆਣਾ ਨਹੀਂ ਹੈਗਾ, ਸੋ ਉਹਨਾਂ ਦੀ ਜਿਹੜੀ ਪੀਆਰ ਦੀ ਐਪਲੀਕੇਸ਼ਨ ਹੈਗੀ ਨਾਲ ਦੀ ਨਾਲ ਪ੍ਰੋਸੈਸ ਹੋ ਸਕਦੀ ਹੈ। ਐਂਡ ਸਭ ਤੋਂ ਇੰਪੋਰਟੈਂਟ ਗੱਲ ਕਿ ਗਵਰਨਮੈਂਟ ਦੇ ਵੀ ਨੰਬਰ ਜਿਹੜੇ ਹੈਗੇ ਨੇ 4,11,000 ਉਹਨਾਂ ਨੇ ਬਾਈ ਦਾ ਐਂਡ ਆਫ ਦਾ ਈਅਰ ਸ਼ੋ ਕਰਨੇ ਨੇ, ਉਹਦੇ ਵਿੱਚ ਵੀ ਇਜ਼ਾਫਾ ਹੋ ਸਕਦਾ। ਸੋ ਐਬਸੋਲੂਟਲੀ ਜੀ ਕੀਪ ਯੋਰ ਫਿੰਗਰਸ ਕ੍ਰੋਸਡ, ਇਹ ਐਪਲੀਕੇਸ਼ਨਾਂ ਟੀਆਰ ਟੂ ਪੀਆਰ ਦੁਬਾਰਾ ਖੁੱਲ੍ਹਣ ਦੇ ਵੀ ਅਸਾਰ ਹੈਗੇ ਨੇ ਜੀ। ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਸਵਾਲ ਲੈ ਲਈਏ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਅੰਮ੍ਰਿਤਸਰ ਤੋਂ ਗੋਪੀ ਗੱਲ ਕਰਦਾ ਮੈਂ ਜੀ ਸਰ, ਦੱਸੋ ਜੀ ਕੀ ਸਵਾਲ ਹੈ? ਮੈਮ ਮੇਰੇ ਦੋ ਸਵਾਲ ਨੇ। ਮੈਂ ਇੱਕ ਪੁੱਛਣਾ, ਜਿਨ੍ਹਾਂ ਨੇ 2019 ਦੇ ਵਿੱਚ ਕੇਅਰ ਗਿਵਰ ਦੀਆਂ ਫਾਈਲਾਂ ਲਾਈਆਂ ਸੀ, ਉਹਨਾਂ ਦੇ ਵੀਜ਼ੇ ਆਣੇ ਸ਼ੁਰੂ ਹੋਏ ਆ ਤੇ ਯੂਟਿਊਬਰ ਜਿਹੜੇ ਨੇ ਖਬਰਾਂ ਪਾ ਰਹੇ ਕਿ ਵੀਜ਼ੇ ਆ ਰਹੇ, ਉਸ ਤੋਂ ਵਫਾ ਹੈਗੀਆਂ ਵਾ। ਤੇ ਦੂਸਰਾ ਸਵਾਲ ਮੇਰਾ ਇਹ ਹੈਗਾ ਵਾ ਕਿ ਜਿੱਦਾਂ ਜਿਨ੍ਹਾਂ ਨੇ 2020 ਦੇ ਵਿੱਚ ਫਾਈਲਾਂ ਲਾਈਆਂ ਕੇਅਰ ਗਿਵਰ ਦੀਆਂ, ਉਹਨਾਂ ਦੇ ਟੈਂਪਰੇਰੀ ਨੰਬਰ ਆ ਗਏ ਨੇ ਤੇ ਉਹਨਾਂ ਨੂੰ ਕਹਿੰਦੇ ਹੁਣ ਡਾਇਰੈਕਟ ਪੀਆਰ ਮਿਲਣੀ ਹੈਗੀ ਹੈ, ਤੇ ਉਹਦੇ ਮੈਡਮ ਪੁੱਛਣਾ ਕਿੰਨਾ ਟਾਈਮ ਹੋਰ ਲੱਗ ਸਕਦਾ ਵਾ, ਕਿਉਂਕਿ ਸਾਨੂੰ 1.5 ਸਾਲ ਤੋਂ ਉੱਪਰ ਹੋ ਚੱਲਿਆ ਵਾ। ਇਹ ਅਗਲੇ ਸਾਲ ਮਤਲਬ ਸਾਨੂੰ ਸੱਦਣਗੇ, ਇਸ ਸਾਲ ਕੀ ਡਿਸੀਜਨ ਆ ਗਿਆ ਜੀ? ਆਪਾਂ ਕੁਝ ਪੁੱਛਣਾ ਜਾਂ ਆਂਸਰ ਦਈਏ? ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਤੁਸੀਂ ਕਾਲ ਕੀਤੀ ਆ ਜੀ। ਸਰ ਇਹਨਾਂ ਦੇ ਦੋ ਸਵਾਲ ਨੇ, ਆਪਾਂ ਪਹਿਲਾਂ ਸਵਾਲ ਦਾ ਜਵਾਬ ਦੇ ਦਈਏ। ਕਰਨ, ਸਭ ਤੋਂ ਪਹਿਲਾਂ ਤਾਂ ਜਿਹੜਾ ਕੇਅਰ ਗਿਵਰ ਦੀ ਐਪਲੀਕੇਸ਼ਨਸ ਹੈਗੀਆਂ ਜੀ, ਉਹਦੇ ਵਿੱਚ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਕਿ ਜੂਨ ਤੱਕ ਤਕਰੀਬਨ 6000 ਐਪਲੀਕੇਸ਼ਨਸ ਦੇ ਉੱਤੇ ਵੀਜ਼ਾ ਗ੍ਰਾਂਟ ਹੋ ਜਾਏਗਾ, ਐਂਡ ਬਾਏ ਦਾ ਐਂਡ ਆਫ ਦਾ ਈਅਰ 15000 ਐਪਲੀਕੇਸ਼ਨਸ ਦੇ ਉੱਤੇ ਵੀਜ਼ਾ ਹੋਰ ਲੱਗਣ ਦੀ ਉਮੀਦ ਹੈਗੀ ਹੈ। ਸੋ ਇਹਦੇ ਨਾਲ ਐਕਸਪੈਕਟਡ ਹੈਗਾ ਕਿ ਬੈਕਲੌਗ ਖਤਮ ਹੋਣ ਦੇ ਚਾਂਸਸ ਹੈਗੇ ਨੇ ਜੀ, ਬਿਕੋਜ਼ ਹਲੇ ਐਪਲੀਕੇਸ਼ਨ ਜਿਹੜੀਆਂ ਪ੍ਰੋਸੈਸ ਹੋ ਰਹੀਆਂ ਉਹ 2019 ਦੀਆਂ ਹੋ ਰਹੀਆਂ। 2020 ਦੇ ਉੱਤੇ ਫਾਈਲ ਨੰਬਰਸ ਵਗੈਰਾ ਐਬਸੋਲੂਟਲੀ ਤੁਹਾਡੀ ਇਨਫੋਰਮੇਸ਼ਨ ਠੀਕ ਹੈਗੀ ਜੀ, ਫਾਈਲ ਨੰਬਰਸ ਆ ਰਹੇ ਨੇ, ਬਟ ਹਲੇ ਵੀਜ਼ੇ ਵਾਲੀ ਸਟੇਜ ਦੇ ਉੱਤੇ 2020 ਦੀਆਂ ਐਪਲੀਕੇਸ਼ਨ ਨੇ ਜੀ। ਬਿਲਕੁਲ। ਤੇ ਸਰ ਨਾਲ ਹੀ ਇਹਨਾਂ ਨੇ ਕਿਹਾ ਸੀਗਾ ਕਿ ਕਦੋਂ ਤੱਕ ਇਹਨਾਂ ਨੂੰ ਪਤਾ ਲੱਗ ਸਕਦਾ ਹੈ, ਕੋਈ ਹੈ ਆਈਡੀਆ? ਵੇਟ ਕਰੋ ਜੀ, ਬੀ ਪੇਸ਼ੈਂਟ। ਸਰ ਪੀਐਨਪੀ ਦੀ ਵੀ ਗੱਲ ਕਰ ਲਈਏ। ਪੀਐਨਪੀ ਦੇ ਕਰਨ, ਸਭ ਤੋਂ ਪਹਿਲਾਂ ਤਾਂ ਅਸੀਂ ਇਨਕਮ ਦੀ ਗੱਲ ਕਰਾਂਗੇ, ਬਿਕੋਜ਼ ਜਿਹੜੀ ਪੇਰੈਂਟਲ ਐਪਲੀਕੇਸ਼ਨਸ ਵਾਸਤੇ, ਜਿਸ ਤਰ੍ਹਾਂ ਹਰ ਫੈਮਿਲੀ ਦੇ ਵਿੱਚ ਜਿਸ ਕਿਸੇ ਵੀ ਭਾਈ ਭੈਣ ਨੇ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਹੈ, ਹਸਬੈਂਡ ਵਾਈਫ ਤਾਂ 2 ਜਣੇ ਹੋ ਗਏ ਇੱਥੇ, ਮੰਮੀ ਡੈਡੀ ਨੂੰ ਸਪਾਂਸਰ ਕਰਨਾ ਹੈ ਉਹ 4 ਹੋ ਗਏ, ਰਾਈਟ। ਉਸ ਤੋਂ ਬਾਅਦ ਜੇ ਉਹਨਾਂ ਦੇ 2 ਬੱਚੇ ਹੈਗੇ ਨੇ, ਸੋ ਫੈਮਿਲੀ ਆਫ 6 ਹੋ ਗਿਆ, ਰਾਈਟ। ਸੋ ਫੈਮਿਲੀ ਆਫ 6 ਵਾਸਤੇ 2018 ਦੀ ਜਿਹੜੀ ਇਨਕਮ ਰਿਕੁਆਇਰਮੈਂਟ ਹੈ ਉਹ ਤਕਰੀਬਨ 7,500 ਦੀ ਹੈਗੀ ਜੀ। 2019 ਦੀ ਜਿਹੜੀ ਹੈਗੀ 7,78,000 ਦੀ ਹੈਗੀ ਹੈ, ਐਂਡ 2020 ਦੀ ਜਿਹੜੀ ਰਿਕੁਆਇਰਮੈਂਟ ਹੈਗੀ ਉਹ ਤਕਰੀਬਨ 62,000 ਦੀ ਹੈਗੀ ਹੈ ਜੀ ਇਨਕਮ ਰਿਕੁਆਇਰਮੈਂਟ। ਸੋ ਇਸ ਤਰ੍ਹਾਂ ਹਰ ਸਾਲ ਦੀ ਤੁਸੀਂ ਇਨਕਮ ਐਡ ਕਰਨੀ ਹੈਗੀ ਜੇ ਐਡੀਸ਼ਨਲ ਫੈਮਿਲੀ ਮੈਂਬਰ ਹੈਗਾ ਤੁਹਾਡੀ ਐਪਲੀਕੇਸ਼ਨ ਦੇ ਉੱਤੇ। ਐਂਡ ਜੇ ਤੁਹਾਡੇ ਡਿਪੈਂਡੈਂਟ ਬ੍ਰਦਰ ਇਨ ਲਾਅ, ਸਿਸਟਰ ਇਨ ਲਾਅ ਕੋਈ ਇਹੋ ਜਿਹਾ ਹੈਗਾ ਜਾਂ ਡਿਪੈਂਡੈਂਟ ਬੱਚੇ ਹੈਗੇ ਨੇ ਪੇਰੈਂਟਸ ਦੇ, ਤੇ ਉਹ ਵੀ ਐਪਲੀਕੇਸ਼ਨ ਦੇ ਪਾਰਟ ਹੋ ਸਕਦੇ ਨੇ, ਪ੍ਰੋਵਾਈਡਡ ਉਹ ਡਿਪੈਂਡੈਂਟ ਹੋਣ ਤੁਹਾਡੇ ਪੇਰੈਂਟਸ ਦੇ ਉੱਤੇ, ਸੋ ਦੇ ਕੈਨ ਬੀ ਆਲਸੋ ਪਾਰਟ ਆਫ ਦਾ ਐਪਲੀਕੇਸ਼ਨ। ਸੋ ਆ ਇਨਕਮ ਰਿਕੁਆਇਰਮੈਂਟ ਸੀ। ਇੱਕ ਸਾਡੀ ਭੈਣ ਜੀ ਨੇ ਫੋਨ ਕੀਤਾ ਸੀਗਾ ਕੈਲਗਰੀ ਤੋਂ, ਸ਼ੀ ਵਾਂਟਡ ਟੂ ਇਨਫੋਰਮ। ਤੇ ਬਿਲਕੁਲ ਜੀ, ਐਪਲੀਕੇਸ਼ਨਾਂ ਐਕਸੈਪਟ ਜਿਹੜੀਆਂ ਪਿਛਲੇ ਸਾਲ ਲੱਗੀਆਂ ਸੀ ਉਹਨਾਂ ਦੇ ਵਿੱਚੋਂ 30,000 ਐਪਲੀਕੇਸ਼ਨ ਦੇ ਉੱਤੇ ਇਨਵੀਟੇਸ਼ਨ ਆਣੇ ਹੈਗੇ ਨੇ ਸਤੰਬਰ 20 ਤੋਂ ਬਾਅਦ ਜੀ। ਸਰ ਪੀਐਨਪੀ ਦਾ ਜਿਹੜਾ ਲੇਟੈਸਟ ਆਇਆ ਉਹਦੇ ਬਾਰੇ ਵੀ ਜਾਣਕਾਰੀ ਲੈ ਲਈਏ। ਅਸੀਂ ਜਾਣਕਾਰੀ ਲਵਾਂਗੇ। ਪਹਿਲਾਂ ਦਰਸ਼ਕਾਂ ਦੀਆਂ ਕਾਲਸ ਕਾਫੀ ਆਉਣ ਲੱਗ ਗਈਆਂ ਨੇ, ਸੋ ਸਰਵਰ ਟੀਮ ਨੂੰ ਕਵਾਂਗੇ ਕਿ ਕਰਕੇ ਕਾਲਸ ਜਿਹੜੀਆਂ ਫਾਰਵਰਡ ਕਰਨੀਆਂ ਸ਼ੁਰੂ ਕਰਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਸਰੀ ਤੋਂ ਬੋਲ ਰਿਹਾ ਜੀ। ਮੈਂ ਮੇਰੇ ਬੇਟੇ ਦਾ ਨਾ ਐਗਰੀਕਲਚਰ ਵਰਕ ਪਰਮਿਟ ਵਾਸਤੇ ਅਪਲਾਈ ਕੀਤਾ ਸੀ, 1 ਸਾਲ ਹੋ ਗਿਆ ਤੇ ਸਾਨੂੰ ਪ੍ਰੋਸੈਸਿੰਗ ਲੈਟਰ ਤੇ ਉਹਨਾਂ ਦਾ ਆ ਗਿਆ ਵਾ, ਤੇ ਉਸ ਤੋਂ ਬਾਅਦ ਮੇਰਾ ਵੀਜ਼ਾ ਵਗੈਰਾ ਜਾਂ ਕਿਸ ਤਰ੍ਹਾਂ ਅੱਗੇ ਪ੍ਰੋਸੈਸ ਹੋਊਗਾ ਉਸ ਤੋਂ ਜੀ? ਆਂਸਰ ਦਈਏ। ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲ ਇਹ ਲਾਸਟ ਕਾਲ ਅਸੀਂ ਪ੍ਰੋਗਰਾਮ ਦੀ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਜੀ, ਕਾਲਰ ਨੂੰ ਕਵਾਂਗੇ ਮੇਰੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ? ਹੈਲੋ, ਮਾਫੀ ਚਾਹਾਂਗੇ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੋਂ ਬੋਲ ਰਹੀ ਹਾਂ ਜੀ ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਮੇਰਾ ਸਵਾਲ ਇਹ ਸੀ ਕਿ ਲਾਈਕ ਆਪਣਾ 75 ਵਾਲਾ ਡਰਾ ਆਇਆ ਸੀ,
ਮੇਰੀ ਉਹਦੇ ਵਿੱਚ ਲਾਈਕ ਫਾਈਲ ਚੱਕੀ ਗਈ ਸੀ, ਮੈਂ ਆਪਣੇ ਸਪਾਊਸ ਦੇ ਨਾਲ ਲਾਈ ਸੀ ਤੇ ਆਪਣੇ ਐਪਲ ਦੇ ਵਿੱਚ ਆਪਣੇ 5 ਅਪ੍ਰੈਲ ਨੂੰ ਬਾਇਓਮੈਟ੍ਰਿਕਸ ਵੀ ਹੋ ਗਏ ਸੀ ਤੇ ਲਾਈਕ ਮੈਂ ਪੁੱਛਣਾ ਸੀ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਲਾਈਕ ਫਾਈਲ ਨੂੰ ਆਲਰੇਡੀ 4 ਮਹੀਨੇ ਹੋ ਚੁੱਕੇ ਨੇ ਜੀ। ਤੁਸੀਂ ਟੀਵੀ ਸਕਰੀਨ ਤੇ ਮੇਰਾ ਦੂਜਾ ਸਵਾਲ ਇਹ ਸੀ, ਹਾਂਜੀ ਮੇਰਾ ਇੱਕ ਸਵਾਲ ਹੋ ਰਿਹਾ ਜੀ ਜੀ ਉਦੋਂ ਮੈਂ ਪੁੱਛਣਾ ਸੀ ਕਿ ਲਾਈਕ ਮੇਰੇ ਹੁਣ ਇੰਡੀਆ ਦੇ ਵਿੱਚ ਲਾਈਕ ਮੇਰੇ ਮੰਮਾ ਪਾਪਾ ਦਾ ਆਲਰੇਡੀ ਵਿਜ਼ਟਰ ਵੀਜ਼ਾ ਹੈਗਾ ਬਟ ਉਹ ਲਾਈਕ ਕੋਵਿਡ ਕਰਕੇ ਸਟਕ ਹੋ ਗਏ, ਆ ਨਹੀਂ ਸਕੇ ਤੇ ਕੀ ਮੈਂ ਆਪਣੇ ਹੁਣ ਬ੍ਰਦਰ ਆ ਜਿਹੜਾ ਮੇਰਾ ਇੰਡੀਆ ਮੈਰਿਡ ਆ ਐਂਡ ਉਹਦੀ ਵਾਈਫ ਹੈ ਜਿਹੜੀ ਉਹ ਗਵਰਨਮੈਂਟ ਜੌਬ ਤੇ ਹੈ ਤੇ ਉਹਨਾਂ ਦਾ ਬੇਬੀ ਵੀ ਹੈ, ਮੈਂ ਉਹਨਾਂ ਦਾ ਕਿੱਦਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੀ ਹਾਂ? ਹੈਗੇ ਚਾਂਸਿਸ ਲਾਈਕ ਬੇਬੀ ਦੇ ਬੇਸਿਸ ਤੇ ਫਸਟ ਬਰਥਡੇ ਹੈ ਮੇਰੇ ਬੇਬੀ ਦਾ ਲਾਈਕ ਫੈਬ ਦੇ ਵਿੱਚ ਜੀ। ਤੁਸੀਂ ਟੀਵੀ ਸਕਰੀਨ ਜੀ ਅਪਲਾਈ ਕਰ ਸਕਦੇ ਟੀਵੀ ਹਾਂ ਚਾਂਸਿਸ ਜਾਂ ਨਹੀਂ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਐਬਸਪੋਰਟ ਤੋਂ ਬੋਲ ਰਹੀ ਹਾਂ ਜੀ। ਤੇ ਮੇਰਾ ਸਵਾਲ ਹੈ ਕਿ ਸਾਨੂੰ ਨਾ 15 ਮਈ ਨੂੰ ਇਹਨਾਂ ਨੇ ਪੀਸੀਸੀ ਮੰਗੀ ਸੀਗੀ ਇੰਡੀਆ ਤੋਂ। ਮੇਰੀ ਦੁਬਾਰਾ ਪੀਸੀਸੀ ਮੰਗੀ ਸੀ ਕਿਉਂਕਿ ਪਹਿਲਾਂ ਇੱਕ ਐਕਸਪਾਇਰ ਹੋ ਗਈ ਸੀ ਤੇ ਦੁਬਾਰਾ ਪਤਾ ਚੱਲ ਸਕਦਾ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ। ਅਸੀਂ ਫੈਮਿਲੀ ਸਪਾਂਸਰਸ਼ਿਪ ਦਾ ਵੀਜ਼ਾ ਸੀ, ਸਪਾਊਸ ਵੀਜ਼ਾ ਜੀ। ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਕਾਲਸ ਕਾਫੀ ਆ ਰਹੀਆਂ ਨੇ, ਲੈ ਲਈਏ ਪਹਿਲਾਂ ਜੀ। ਲਾਸਟ ਕਾਲ ਇਹ ਪ੍ਰੋਗਰਾਮ ਦੀ ਲੈ ਰਹੇ ਹਾਂ, ਇਸ ਤੋਂ ਬਾਅਦ ਅਸੀਂ ਮੁਆਫੀ ਚਾਹਾਂਗੇ ਕਿ ਹੋਰ ਕਾਲਸ ਅਸੀਂ ਨਹੀਂ ਲੈ ਸਕਦੇ, ਸੋ ਇਹਨਾਂ ਦੇ ਵੀ ਅਸੀਂ ਆਨਸਰ ਕਰ ਦਈਏ ਨਾਲ ਦੀ ਨਾਲ। ਸੋ ਸਰਵਰ ਟੀਮ ਨੂੰ ਕਵਾਂਗੇ ਕਾਲ ਫਾਰਵਰਡ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮੈਡਮ, ਮੈਂ ਇਟਲੀ ਤੋਂ ਬੋਲ ਰਿਹਾ। ਮੈਂ ਕੁਐਸਚਨ ਸੀ ਸਰ ਤੋਂ। ਸਰ ਨਮਸਕਾਰ ਜੀ। ਸਰ ਮੇਰਾ ਕੁਐਸਚਨ ਇਹ ਹੈ ਕਿ ਮੇਰੇ ਨਾ ਵਾਈਫ ਦਾ ਨਾਮ ਚੇਂਜ ਕਰਾਇਆ ਹੈਗਾ ਆਪਣੇ, ਅਸੀਂ ਐਅਰਪੋਰਟ 'ਚ ਰਹਿੰਦੇ ਹਾਂ ਤੇ ਸਾਨੂੰ ਉਹਦਾ ਨਾਮ ਸ਼ਰਮਾ ਐਡ ਕਰਾਇਆ ਤੇ ਸਾਨੂੰ ਆਪਣੇ ਪਾਸਪੋਰਟ ਤੇ ਡਰਾਈਵਿੰਗ ਆਪਣੇ ਪਾਸਪੋਰਟ ਤੇ ਪੀਆਰ ਕਾਰਡ ਤੇ ਵੀ ਕਰਾਉਣਾ ਪੈਂਦਾ ਜਾਂ ਕਿੰਨੀ ਦੇਰ ਤੱਕ ਕਰਾਉਣਾ ਪੈਂਦਾ? ਮੰਨ ਲਓ ਅਸੀਂ ਪਿਛਲੇ ਮਹੀਨੇ ਕਰਾਇਆ 1.5 ਮਹੀਨਾ ਪਹਿਲਾਂ, ਸਾਨੂੰ ਕਿੰਨੇ ਦਿਨਾਂ 'ਚ ਜਾਂ ਕਿੰਨੇ ਮਹੀਨੇ 'ਚ ਆਪਣੇ ਇੰਡੀਅਨ ਪਾਸਪੋਰਟ ਤੇ ਪੀਆਰ ਕਾਰਡ ਤੇ ਕਰਾਉਣਾ? ਇਹ ਦੂਸਰਾ ਕੁਐਸਚਨ ਮੇਰਾ ਇਹ ਸੀਗਾ ਕਿ ਮੈਂ ਹਿਊਮੈਨਿਟੇਰੀਅਨ ਪੈਸ਼ਨੇਟ ਦੀ ਫਾਈਲ ਲੈਣੀ ਹੈ ਆਪਣੀ ਮਦਰ ਦੀ। ਮੇਰੇ ਪਤਾ ਤੁਸੀਂ ਪਿਛਲੇ ਦੱਸਦੇ 50-50 ਚਾਂਸ ਹੁੰਦੇ ਆ। मैंने राज्यों की आजकल रिजेक्शन ज्यादा हो रही है, न्यूज पढ़ी थी। आ दो क्वेश्चन मैडम प्लीज सर तो पूछ के मैं रिप्लाई कर ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੇ ਅਸੀਂ ਮੁਆਫੀ ਚਾਹਾਂਗੇ ਕਿ ਹੋਰ ਕਾਲਸ ਅਸੀਂ ਨਹੀਂ ਲੈ ਸਕਦੇ ਕਿਉਂਕਿ ਆਲਰੇਡੀ ਸਮਾਂ ਜਿਹੜਾ ਹੈ ਖਤਮ ਹੋ ਗਿਆ। ਸੋ ਇਹ ਲਾਸਟ ਕਾਲ ਸਰਵਰ ਟੀਮ ਵੱਲੋਂ ਹੋ ਰਹੀ ਹੈ ਕਿ ਇੱਕ ਲਾਸਟ ਕਾਲ ਲਈ ਜਾਵੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ। ਮੇਰਾ ਕੁਐਸਚਨ ਹੈ ਕਿ ਜੇ ਕਿਸੇ ਨੇ ਯੂਐਸ ਗ੍ਰੀਨ ਕਾਰਡ ਹੋਲਡਰ ਨੇ ਕੈਨੇਡਾ ਦੇ ਵਿੱਚ ਆਉਣਾ ਹੋਵੇ ਲਾਈਕ ਤੇ ਉਹਦੇ ਲਈ ਕਿਹੜੇ ਕਿਹੜੇ ਤਰੀਕੇ ਹੈਗੇ ਕੈਨੇਡਾ 'ਚ ਆਉਣ ਦੇ, ਲਾਈਕ ਉਹ ਇੱਥੇ ਆ ਕੇ ਪੀਆਰ ਹੋ ਸਕਣ? ਯੂਐਸ ਵਾਲੇ ਕੈਨੇਡਾ 'ਚ ਪੀਆਰ ਹੋਣਾ ਚਾਹੁੰਦੇ ਨੇ, ਕੀ ਆਪਸ਼ਨਸ ਨੇ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਸੋ ਪਹਿਲਾਂ ਜਿਨ੍ਹਾਂ ਦੀ ਅੰਮ੍ਰਿਤਸਰ ਤੋਂ ਕਾਲ ਆਈ ਸੀ ਉਹਨਾਂ ਨੇ ਪੁੱਛਿਆ ਸੀ ਫਾਈਲ ਆਈ ਥਿੰਕ ਨੈਨੀ ਵਾਲਾ ਆਪਣਾ ਆਨਸਰ ਹੋ ਚੁੱਕਿਆ। 75 ਦੇ ਡਰਾਅ ਦੀ ਜਿਨ੍ਹਾਂ ਨੇ ਗੱਲ ਕੀਤੀ ਸੀਗੀ ਉਹਨਾਂ ਦਾ ਪੁੱਛਣਾ ਸੀਗਾ ਕਿ ਫਾਈਲ ਉਹਨਾਂ ਦੀ ਪਿਕ ਹੋ ਚੁੱਕੀ ਆ, ਉਹਨਾਂ ਦੇ ਸਪਾਊਸ ਦੀ ਨਾਲ ਲੱਗੀ ਸੀ। ਸੋ ਕਿੰਨਾ ਕੁ ਸਮਾਂ ਲੱਗੇਗਾ ਇਹਦੇ ਬਾਰੇ ਜਾਣਨਾ ਚਾਹੁੰਦੇ ਨੇ। 5 ਅਪ੍ਰੈਲ ਨੂੰ ਦੋਵਾਂ ਦੇ ਬਾਇਓ ਹੋ ਚੁੱਕੇ ਨੇ। ਤੇ ਦੂਜਾ ਇਹਨਾਂ ਦਾ ਸਵਾਲ ਸੀ ਕਿ ਇੰਡੀਆ ਤੋਂ ਪੇਰੈਂਟਸ ਦਾ ਵੀਜ਼ਾ ਲੱਗਿਆ ਹੋਇਆ, ਆਪਣੇ ਉਹ ਬ੍ਰਦਰ ਤੇ ਭਾਬੀ ਨੂੰ ਬੁਲਾਉਣਾ ਚਾਹੁੰਦੇ ਨੇ, ਉਹਨਾਂ ਦੇ ਬੱਚੇ ਨੂੰ ਫਸਟ ਈਅਰ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਕਹਿਣਾ ਕਿ ਪੇਸ਼ੈਂਸ ਰੱਖੋ। ਜੇ 4 ਮਹੀਨੇ ਹੋਏ ਨੇ 75 ਤੇ ਐਪਲੀਕੇਸ਼ਨ ਤੁਹਾਡੀ ਪਿਕ ਹੋਈ ਹੈ ਤਾਂ ਤੁਹਾਡੇ ਤੇ ਵੈਸੇ ਹੀ ਇਸ ਟਾਈਮ ਬਾਬਾ ਜੀ ਦੀ ਕਿਰਪਾ ਹੈਗੀ ਹੈ। 75 ਤੇ ਪਿਕ ਹੋਈ ਹੈ ਤੇ ਜਿਸ ਤਰ੍ਹਾਂ ਆਈ ਡੋਨਟ ਨੋ ਕਿ ਸਕੋਰ ਕੀ ਸੀਗਾ ਬਟ ਸ਼ੀ ਵਾਸ ਵਨ ਆਫ ਦਾ ਲੱਕੀ ਵਨਸ ਜਿਹੜੇ 75 ਤੇ ਪਿਕ ਹੋਏ ਨੇ। ਸੋ ਇਹਨਾਂ ਦੀ ਫਾਈਲ ਲੱਗੀ ਹੋਈ ਸੀਗੀ। ਇਹ ਵੀ ਲੱਕੀ ਸੀਗੇ ਬਿਕੋਜ਼ ਲੱਗੀ ਵੀ ਹੋਈ ਸੀਗੀ ਰਾਈਟ, ਕਿਉਂਕਿ ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੇ ਫਾਈਲ ਹੀ ਪੁੱਟ ਅਪ ਨਹੀਂ ਕੀਤੀ ਕਿ ਆ ਸੋਚਦਾ ਕਿ ਸਾਡਾ ਸਕੋਰ 250 ਹੋਏਗਾ ਜਾਂ 300 ਹੋਏਗਾ, 350 ਹੋਏਗਾ, ਪਿਕ ਹੋਏਗਾ ਜਾਂ ਨਹੀਂ ਹੋਏਗਾ। ਸੋ ਸ਼ੀ ਵਾਸ ਵਨ ਆਫ ਦਾ ਦੋਜ਼ ਲੱਕੀ ਵਨਸ। ਬਿਲਕੁਲ ਜੀ, ਵੇਟ ਕਰੋ, ਬੀ ਪੇਸ਼ੈਂਟ ਐਂਡ ਹੋਪਫੁਲੀ ਸੂਨ ਯੂ ਵਿਲ ਹੀਅਰ ਸਮਥਿੰਗ ਬੈਕ ਫਰਮ ਦੈਮ। ਦੂਸਰੀ ਗੱਲ ਕਿ ਤੁਹਾਡੇ ਬੇਬੀ ਦਾ ਬਰਥਡੇ ਹੈਗਾ ਫੈਬਰੂਰੀ ਦੇ ਵਿੱਚ, ਤੇ ਬਿਲਕੁਲ ਜੀ ਤੁਸੀਂ ਆਪਣੇ ਵਿਜ਼ਿਟ ਵੀਜ਼ਾ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਆਪਣੇ ਬ੍ਰਦਰਸ ਵਾਸਤੇ ਵੀ, ਉਹਨਾਂ ਦੀ ਫੈਮਿਲੀ ਵਾਸਤੇ ਵੀ ਐਂਡ ਹੋਪਫੁਲੀ ਯੂ ਵਿਲ ਗੈਟ ਦੈਟ ਕਿ ਤੁਸੀਂ ਸਾਰੀ ਫੈਮਿਲੀ ਇਕੱਠੇ ਸੈਲੀਬ੍ਰੇਟ ਕਰੋ। ਜੀ ਬਿਲਕੁਲ। ਉਸ ਤੋਂ ਬਾਅਦ ਨੈਕਸਟ ਸਰੀ ਤੋਂ ਕਾਲ ਸੀ, ਬੇਟੇ ਦਾ ਐਗਰੀਕਲਚਰ ਵਰਕ ਪਰਮਿਟ ਤੇ ਲਗਾਇਆ ਸੀ, 1 ਸਾਲ ਦਾ ਪ੍ਰੋਸੈਸਿੰਗ ਦਾ ਲੈਟਰ ਆ ਚੁੱਕਿਆ, 1 ਸਾਲ ਹੋ ਚੁੱਕਿਆ, ਅੱਗੇ ਕਿੰਨਾ ਟਾਈਮ ਲੱਗੇਗਾ? ਤਾਂ ਐਕਚੁਅਲੀ ਹੋਇਆ ਕੀ ਹੈਗਾ ਕਿ ਲਾਸਟ ਈਅਰ ਦੇ ਵਿੱਚ ਜਿੰਨੀਆਂ ਵੀ ਐਪਲੀਕੇਸ਼ਨਸ LMIA ਦੀ ਵਰਕ ਪਰਮਿਟ ਦੀਆਂ ਲੱਗੀਆਂ ਸੀਗੀਆਂ ਉਹਨਾਂ ਤੇ ਕੰਮ ਹੁਣ ਹੋ ਰਿਹਾ ਜੀ। ਇਸ ਟਾਈਮ ਤੇ ਵੈਰੀਫਿਕੇਸ਼ਨਸ ਹੋ ਚੁੱਕੀਆਂ ਹੈਗੀਆਂ ਬਟ ਵੀਜ਼ਾ ਗ੍ਰਾਂਟਿੰਗ ਇਸ ਵਾਸਤੇ ਨਹੀਂ ਹੋ ਪਾ ਰਹੀ ਬਿਕੋਜ਼ ਟਰੈਵਲ ਰਿਸਟ੍ਰਿਕਸ਼ਨਸ ਦਾ ਜਦ ਤੱਕ ਬੈਨ ਰਹੇਗਾ ਤਾਂ ਤੱਕ ਉਹ ਵੀਜ਼ਾ ਗ੍ਰਾਂਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਬੜੀ ਜਲਦੀ ਐਪਲੀਕੇਸ਼ਨਸ ਦੇ ਉੱਤੇ ਵੀਜ਼ਾ ਸਟੈਂਪਿੰਗ ਦੇ ਉੱਤੇ ਸਟੇਜ ਦੇ ਉੱਤੇ ਆ ਜਾਣਗੀਆਂ ਜੀ।
ਜੀ ਇਸ ਤੋਂ ਬਾਅਦ ਨੈਕਸਟ ਸੀ ਕਿ ਉਹਨਾਂ ਨੇ ਪੁੱਛਿਆ ਸੀ ਕਿ ਐਬਰਟਸਫੋਰਡ ਤੋਂ ਬੋਲ ਰਹੇ ਨੇ ਉਹ 15 ਮਈ ਨੂੰ ਪੀਸੀਸੀ ਦੀ ਇੰਡੀਆ ਤੋਂ ਦੁਬਾਰਾ ਆਈ ਸੀ ਉਹਨਾਂ ਨੇ ਤੇ ਦੁਬਾਰਾ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਕੋਈ ਰਿਪਲਾਈ ਨਹੀਂ ਆਇਆ। ਉਹਨਾਂ ਨੇ ਫੈਮਿਲੀ ਸਪਾਂਸਰ ਦੇ ਉੱਤੇ ਲਗਾਇਆ ਹੋਇਆ ਸਪਾਊਸ ਵੀਜ਼ਾ ਤੇ। ਜੀ ਬਿਲਕੁਲ, ਸਪਾਊਜ਼ਲ ਐਪਲੀਕੇਸ਼ਨ ਦੇ ਉੱਤੇ ਹੁਣ ਕੰਮ ਹੋ ਰਿਹਾ ਜੀ ਐਂਡ ਵੀਜ਼ਾ ਗ੍ਰਾਂਟਿੰਗ ਸਟੇਜ ਵੀ ਬੜੀ ਜਲਦੀ ਆ ਜਾਏਗੀ ਜੀ। ਇਸ ਤੋਂ ਬਾਅਦ ਆਈ ਸੀ ਕਾਲ, ਉਹਨਾਂ ਦਾ ਪੁੱਛਣਾ ਸੀ ਕਿ ਨਾਮ ਚੇਂਜ ਕਰਵਾਇਆ ਸੀ ਉਹਨਾਂ ਨੇ ਤੇ ਕੀ ਪਾਸਪੋਰਟ ਤੇ ਪੀਆਰ ਕਾਰਡ ਤੇ ਵੀ ਚੇਂਜ ਕਰਵਾਉਣਾ ਪਏਗਾ? 1 ਮਹੀਨਾ ਹੀ ਹੋਇਆ ਜੇ ਨਾਮ ਚੇਂਜ ਕਰਵਾਏ ਨੂੰ ਵਾਈਫ ਦਾ। ਬਿਲਕੁਲ ਜੀ, ਹਰ ਚੀਜ਼ ਦੇ ਉੱਤੇ ਤੁਹਾਨੂੰ ਜਿੱਥੇ ਜਿੱਥੇ ਲੀਗਲ ਡਾਕੂਮੈਂਟੇਸ਼ਨ ਸੀਗੀਆਂ ਉਹਦੇ ਉੱਤੇ ਨਾਮ ਚੇਂਜ ਤੁਹਾਡਾ ਹੋਏਗਾ ਐਂਡ ਲੈਂਡਿੰਗ ਡਾਕੂਮੈਂਟਸ ਤੇ ਵੀ ਹੋਏਗਾ। ਤੁਹਾਡੇ ਉਹ ਸਾਰੀ ਸਬਮਿਸ਼ਨਸ ਤੁਹਾਡੇ ਕੋਲ ਜਾਣੀਆਂ ਪੈਣਗੀਆਂ, ਤੁਹਾਨੂੰ ਭੇਜਣੀਆਂ ਪੈਣਗੀਆਂ। ਤੁਹਾਡੇ ਲੈਂਡਿੰਗ ਡਾਕੂਮੈਂਟਸ ਤੇ, ਤੁਹਾਡੇ ਪੀਆਰ ਕਾਰਡ ਦੇ ਉੱਤੇ, ਤੁਹਾਡੇ ਪਾਸਪੋਰਟਸ ਦੇ ਉੱਤੇ ਉਹ ਸਾਰੀ ਚੀਜ਼ਾਂ ਚੇਂਜ ਹੋਣਗੀਆਂ, ਡਰਾਈਵਿੰਗ ਲਾਇਸੈਂਸ ਤੇ। ਇਹਨਾਂ ਨੇ ਨਾਲ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਐਚਐਨਸੀ ਤੇ ਮੌਮ ਦੀ ਫਾਈਲ ਲਗਾਉਣਾ ਚਾਹੁੰਦੇ ਨੇ। ਰਿਜੈਕਸ਼ਨ ਰੇਟ ਉਹ ਸੁਣਿਆ ਕਿ ਕਾਫੀ ਜ਼ਿਆਦਾ ਫਾਈਲਸ ਰਿਜੈਕਟ ਹੋ ਰਹੀਆਂ ਨੇ ਇਸ ਵਾਰੀ, ਕੀ ਇਹ ਸਹੀ ਹੈ? ਕਰਨ ਜੀ ਇਹ ਬਿਲਕੁਲ ਅਪਡੇਟਡ ਨੌਲੇਜ ਰੱਖ ਰਹੇ ਨੇ ਬਿਲਕੁਲ ਬਿਲਕੁਲ ਜੀ। ਐਪਲੀਕੇਸ਼ਨਸ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਨੰਬਰਸ ਆਏ ਨੇ ਉਹ ਤੇ 70% ਤੋਂ ਉੱਪਰ ਰਿਫਿਊਜ਼ਲ ਰੇਟ ਦੱਸ ਰਹੇ ਨੇ ਲਾਸਟ ਈਅਰ ਦਾ। ਐਂਡ ਯੈਸ, ਐਪਲੀਕੇਸ਼ਨਸ ਜਿਹੜੀ ਐਚਐਨਸੀ ਐਪਲੀਕੇਸ਼ਨਸ ਹੈਗੀਆਂ ਇਹ ਵੀ 2 ਸਟੇਜ ਐਪਲੀਕੇਸ਼ਨਸ ਹੈਗੀਆਂ। ਪਹਿਲੀ ਸਟੇਜ ਦੇ ਉੱਤੇ ਕੁਝ ਐਪਲੀਕੇਸ਼ਨਸ ਪਹਿਲੀ ਸਟੇਜ ਦੇ ਉੱਤੇ ਰਿਫਿਊਜ਼ ਹੋ ਜਾਂਦੀਆਂ, ਕੁਝ ਐਪਲੀਕੇਸ਼ਨ ਜਿਹੜੀਆਂ ਆਫਿਸਰ ਡਿਟਰਮਨ ਕਰਦਾ ਹੈ ਕਿ ਇਹ ਡੀਮਡ ਫਿਟ ਤੇ ਉਹ ਹੋਰ ਇਨਫੋਰਮੇਸ਼ਨ ਗੈਦਰ ਕਰਦੇ ਨੇ, ਉਹ ਸੈਕੰਡ ਸਟੇਜ ਦੇ ਵਿੱਚ ਦੇ ਮੇਕ ਦਾ ਡਿਸੀਜਨ। ਸੋ ਯੈਸ, ਐਬਸੋਲੂਟਲੀ ਜੀ ਰਿਫਿਊਜ਼ਲ ਰੇਟ ਵਧਿਆ ਹੋਇਆ, ਬਟ ਜੇ ਤੁਹਾਡੇ ਕੋਲ ਕੰਪੈਲਿੰਗ ਸਰਕਮਸਟੈਂਸਸ ਐਂਡ ਰੀਜ਼ਨਸ ਹੈਗੇ ਨੇ ਤੇ ਜ਼ਰੂਰ ਤੁਸੀਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਜੀ। ਤੇ ਇੱਕ ਕਾਲ ਆਈ ਸੀ ਵੈਨਕੂਵਰ ਤੋਂ ਕਿ ਉਹਨਾਂ ਦੇ ਬ੍ਰਦਰ ਦੇ ਕੋਲ ਯੂਐਸ ਗ੍ਰੀਨ ਕਾਰਡ ਹੈ ਤੇ ਉਹ ਕੈਨੇਡਾ ਵਿੱਚ ਆਉਣਾ ਚਾਹੁੰਦੇ ਨੇ, ਇੱਥੇ ਪਰਮਾਨੈਂਟ ਸੈਟਲ ਹੋਣਾ ਚਾਹੁੰਦੇ ਨੇ। ਬਿਲਕੁਲ ਜੀ, ਆਪਸ਼ਨਸ ਕਾਫੀ ਸਾਰੀਆਂ ਐਗਜ਼ਿਸਟ ਕਰਦੀਆਂ ਹੈਗੀਆਂ ਯੂਐਸ ਸਿਟੀਜ਼ਨਸ ਵਾਸਤੇ, ਡਿਪੈਂਡਿੰਗ ਕਿ ਉਹਨਾਂ ਦੀ ਏਜ ਕੀ ਹੈਗੀ, ਐਜੂਕੇਸ਼ਨ ਕੀ ਹੈਗੀ, ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈਗਾ, ਲੈਂਗੁਏਜ ਸਕਿੱਲਸ ਕਿਸ ਤਰ੍ਹਾਂ ਦੇ ਹੈਗੇ ਨੇ। ਐਕਸਪ੍ਰੈਸ ਐਂਟਰੀ, ਸਟੱਡੀ ਪਰਮਿਟ ਐਂਡ ਥਰਡ ਆਫ ਆਲ ਬਿਜ਼ਨਸ ਵੀਜ਼ਾਸ, ਆ ਸਾਰੀਆਂ ਆਪਸ਼ਨਸ ਐਂਡ LMIA ਵਰਕ ਪਰਮਿਟ ਦੀਆਂ ਆਪਸ਼ਨਸ ਵੀ ਐਗਜ਼ਿਸਟ ਕਰਦੀਆਂ। ਸੋ ਉਹਨਾਂ ਦੀ ਡਿਟੇਲਸ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਐਂਡ ਵੀ ਕੈਨ ਸੁਜੈਸਟ them ਕਿ ਕਿਹੜਾ ਅਪਰੋਪਰੀਏਟ ਆਪਸ਼ਨ ਉਹਨਾਂ ਵਾਸਤੇ ਰਹੇਗਾ। ਬਿਲਕੁਲ ਸਰ। ਤੇ PNP ਦੀ ਜ਼ਰੂਰ ਆਪਾਂ ਅਪਡੇਸ਼ਨ ਦੇ ਦਈਏ, ਕਿਹੜੀਆਂ PNPs ਦੇ ਉੱਤੇ ਅੱਜ ਕੀ ਰਿਜ਼ਲਟ ਦੇਖਣ ਮਿਲਿਆ? ਕਰਨ ਜੀ ਮੇਰੇ ਖਿਆਲ ਹਰ ਪ੍ਰੋਵਿੰਸ ਨੇ PNP ਦੇ ਉੱਤੇ ਫੋਕਸ ਰੱਖਿਆ ਹੋਇਆ। ਸੋ PEI ਦੀ ਗੱਲ ਕਰ ਲਈਏ ਅਸੀਂ, ਐਲਬਰਟਾ ਦੀ ਗੱਲ ਕਰ ਲਈਏ, ਹਰ ਪ੍ਰੋਵਿੰਸ ਦਾ ਇਸ ਟਾਈਮ ਤੇ ਫੋਕਸ ਹੈਗਾ ਆ। ਈਵਨ ਓਨਟਾਰੀਓ ਦਾ ਫੋਕਸ ਕਾਫੀ ਜ਼ਿਆਦਾ ਰਿਹਾ ਹੈਗਾ ਐਂਡ ਇਨ ਡਿਮਾਂਡ ਐਪਲੀਕੇਸ਼ਨਸ ਵੀ ਪਿਕ ਹੋਈਆਂ ਹੈਗੀਆਂ। ਸੋ ਯੈਸ, PNPs ਦੇ ਉੱਤੇ ਹਰ ਪ੍ਰੋਵਿੰਸ ਦਾ ਇਸ ਟਾਈਮ ਤੇ ਫੋਕਸ ਹੈਗਾ। ਬਟ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ, ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ, ਇਟ ਵੁੱਡ ਬੀ ਗੁੱਡ ਜੇ ਇੱਕ ਹੋਰ Tier 2 PR ਦੀ ਐਪਲੀਕੇਸ਼ਨ ਆ ਜਾਏ, ਬਟ ਬੀ ਪ੍ਰੀਪੇਅਰਡ ਫॉर ਦ ਵਰਸਟ ਐਜ਼ ਵੈਲ। ਸੋ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਰਿਲੈਕਸ ਮੋਡ ਦੇ ਵਿੱਚ ਬੈਠੇ ਰਹੋ। ਜੇ ਤੁਹਾਨੂੰ PR ਦੀ ਕੋਈ ਵੀ ਆਪਸ਼ਨ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਨਜ਼ਰ ਆਉਂਦੀ ਹੈ, ਕੋਈ ਨੌਕ B ਦੀ ਜੌਬ ਮਿਲਦੀ ਹੈ ਜਾਂ ਕੋਈ ਜੌਬ ਆਫਰ ਵੱਲੋਂ ਤੁਹਾਨੂੰ ਹੌਸਲਾ ਹੁੰਗਾਰਾ ਮਿਲਦਾ ਹੈ, ਤੇ ਜ਼ਰੂਰ ਉਧਰ ਵੱਲ ਫੋਕਸ ਜ਼ਰੂਰ ਰੱਖੋ ਐਂਡ ਆਪਣੇ ਆਇਲਟ ਦੇ ਉੱਤੇ ਇੰਪਰੂਵਮੈਂਟ ਦੇ ਉੱਤੇ, ਆਪਣੇ ਸਕੋਰਸ ਦੇ ਇੰਪਰੂਵਮੈਂਟ ਦੇ ਉੱਤੇ ਵੀ ਫੋਕਸ ਰੱਖੋ ਐਂਡ ਮੇਕ ਸ਼ੋਰ ਕਿ ਤੁਸੀਂ ਜੇ ਤੁਹਾਡੀ CC ਦੇ ਵਿੱਚ ਐਪਲੀਕੇਸ਼ਨ ਪਿਕ ਹੋ ਗਈ ਹੈ, ਇੱਕ ਦੂਜੇ ਦੀ ਕਾਪੀ ਕਰਕੇ ਐਪਲੀਕੇਸ਼ਨ ਪੁੱਟ ਅਪ ਨਾ ਕਰੋ। ਬਿਕੋਜ਼ ਤਰਨ ਜੀ ਅਸੀਂ ਕਾਫੀ ਸਾਰੀਆਂ ਐਪਲੀਕੇਸ਼ਨਾਂ ਸਾਡੇ ਕੋਲ ਐਪਲੀਕੈਂਟਸ ਇਹੋ ਜਿਹੇ ਆਏ ਨੇ ਜਿਨ੍ਹਾਂ ਨੇ ਇਨਫੋਰਮੇਸ਼ਨ ਕੋਈ ਇਹੋ ਜਿਹੀ ਪੁੱਟ ਕਰਤੀ ਜਿਹੜੀ ਉਹ ਇਨਫੋਰਮੇਸ਼ਨ ਪਹਿਲੇ ਡਿਫਰੈਂਟ ਇਨਫੋਰਮੇਸ਼ਨ ਸਬਮਿਟ ਕਰ ਚੁੱਕੇ ਨੇ ਆਪਣੀ ਵੀਜ਼ਾ ਐਕਸਟੈਂਸ਼ਨ ਦੇ ਉੱਤੇ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਦੇ ਉੱਤੇ ਜਾਂ ਸਟicker ਦੇ ਉੱਤੇ। ਸੋ ਉਹ ਹੁਣ ਉਹਨਾਂ ਨੂੰ ਮਿਸਰਿਪਰੈਜ਼ੈਂਟੇਸ਼ਨ ਵਾਲੇ ਪਾਸੇ ਤੇ ਇਸ ਤੁਰ ਪਿਆ ਕਿ ਇੱਥੇ ਛੋਟੇ ਪੈਸੇ ਬਚਾਉਣ ਦੇ ਵਿੱਚ ਵੱਡਾ ਨੁਕਸਾਨ ਨਾ ਕਰ ਲਿਆ ਜੇ। ਸੋ ਤੁਹਾਡੇ ਵਾਸਤੇ ਇੱਕੋ ਹੀ ਸੁਜੈਸ਼ਨ, ਸਟ੍ਰੇਟ ਫਾਰਵਰਡ ਐਡਵਾਈਸ ਵਾਸਤੇ ਇੱਕ ਵਾਰੀ ICC ਇਮੀਗ੍ਰੇਸ਼ਨ ਨਾਲ ਜ਼ਰੂਰ ਕੰਟੈਕਟ ਕਰੋ ਐਂਡ ਸਟੂਡੈਂਟਸ ਬੀ ਫੋਕਸਡ ਕਿ ਕਿਹੜਾ PNP ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦਾ। ਜਿੰਨੇ ਵੀ ਸਟੂਡੈਂਟ ਇਸ ਟਾਈਮ ਪੋਸਟ ਗ੍ਰੈਡ ਵਰਕ ਪਰਮਿਟ ਦੇ ਉੱਤੇ ਹੈਗੇ ਨੇ, ਆਪਣੇ EMPLOYER ਨਾਲ ਪੂਰੀ ਸਿੰਸੀਅਰਿਟੀ ਓਨੈਸਟੀ ਨਾਲ ਕੰਮ ਕਰੋ ਐਂਡ ਮੇਕ ਸ਼ੋਰ ਕਿ ਜੇ ਤੁਸੀਂ ਜੌਬ ਛੱਡਣੀ ਵੀ ਹੈਗੀ ਹੈ, ਜੌਬ ਚੇਂਜ ਵੀ ਕਰਨੀ ਹੈ, ਗਿਵ ਐਂਪਲ ਟਾਈਮ ਟੂ ਯੂਰ EMPLOYER ਤਾਂ ਕਿ EMPLOYER ਵੀ ਅਗਲੇ ਆਪਣੀ ਅਰੇਂਜਮੈਂਟ ਕਰ ਸਕੇ, ਕਿਸੇ ਹੋਰ ਨੂੰ ਤਿਆਰੀ ਕਰਾ ਸਕੇ ਉਸ ਪੋਜੀਸ਼ਨ ਵਾਸਤੇ। ਬਿਲਕੁਲ ਸਰ। ਤੇ ਹੁਣ ਜਿਵੇਂ ਸਾਰਾ ਸਿਚੁਏਸ਼ਨ ਦੀ ਗੱਲ ਕਰੀਏ, 1.5 ਸਾਲ ਤੋਂ ਪੈਂਡੈਮਿਕ ਕਰਕੇ ਫਾਈਲਿੰਗ ਦਾ ਪ੍ਰੋਸੈਸ ਵੀ ਕਾਫੀ ਸਲੋ ਚੱਲਿਆ ਵਾ ਤੇ ਲੋਕੀ ਬਹੁਤ ਜ਼ਿਆਦਾ ਪੈਨਿਕ ਹੋਏ ਨੇ ਕਿ ਇੰਨਾ ਟਾਈਮ ਹੋ ਚੁੱਕਿਆ ਕਿ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਆ ਰਿਹਾ। ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ? ਇੱਕੋ ਹੀ ਚੀਜ਼ ਕਹਿਣਾ ਚਾਹਾਂਗੇ ਜੀ, ਸਟ੍ਰੇਟ ਫਾਰਵਰਡ ਐਡਵਾਈਸ ਲੈਣਾ ਚਾਹੁੰਦੇ ਹੋ ਐਂਡ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਹੈਗੇ ਹੋ ਐਂਡ ਲੌਜੀਕਲ ਗੱਲ ਸੁਣਨ ਵਾਸਤੇ ਤਿਆਰ ਹੈਗੇ ਹੋ ਤਾਂ ਇੱਕ ਵਾਰੀ ICC ਨਾਲ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਬਿਜ਼ਨਸਮੈਨ ਦੇ ਉੱਤੇ, ਬਿਜ਼ਨਸਮੈਨ ਵਾਸਤੇ, ਫੋਰਨ ਵਰਕਰਸ ਵਾਸਤੇ, ਸਕਿਲਡ ਵਰਕਰਸ ਵਾਸਤੇ, ਸਕਿਲਡ ਟ੍ਰੇਡਸ ਵਰਕਰਸ ਵਾਸਤੇ ਬਹੁਤ ਸਾਰੀਆਂ ਆਪਸ਼ਨ ਇਸ ਟਾਈਮ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ। ਇੱਕ ਸਟੱਡੀ ਆਈ ਸੀ, ਐਜ਼ ਪਰ ਦੈਟ ਸਟੱਡੀ 80% ਰੀਜ਼ਨ ਫॉर ਅ ਬਿਜ਼ਨਸ ਨਾਟ ਟੂ ਗਰੋ ਇਨ ਕੈਨੇਡਾ ਇਜ਼ ਲੈਕ ਆਫ ਲੇਬਰ। तो बहुत सारे बिजनेसिस अपना ग्रोथ एक्सपेंशन उस तरह नहीं कर पाते जिस तरह वो कर सकते हैं ओनली बिकॉज कि उन्होंने कोल वर्क फोर्स नहीं हैगी, उन्होंने कोल लेबर नहीं हैगी।
ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਇਮੀਗ੍ਰੈਂਟਸ ਚਾਹੀਦੇ ਨੇ, ਵਰਕਫੋਰਸ ਦੇ ਉੱਤੇ, ਲੇਬਰ ਦੇ ਉੱਤੇ ਬਹੁਤ ਸਾਰਾ ਫੋਕਸ ਬਣਿਆ ਰਹੇਗਾ। ਐਂਡ ਖਾਸ ਕਰ ਈਵਨ ਜਿਹੜੀਆਂ ਛੋਟੀਆਂ ਜੌਬਸ ਅਸੀਂ ਕੰਸੀਡਰ ਕਰਦੇ ਸੀ, ਕੰਸਟਰਕਸ਼ਨ ਵਰਕਰਸ, ਲੇਬਰ ਜੌਬਸ, ਹਾਰਵੈਸਟਿੰਗ ਜੌਬਸ, ਫਾਰਮ ਵਰਕਰ ਜੌਬਸ, ਟਰੱਕ ਡਰਾਈਵਰ ਜੌਬਸ, ਇਹਨਾਂ ਸਾਰਿਆਂ ਦੇ ਉੱਤੇ ਫੋਕਸ ਹੈਗਾ, ਈਵਨ ਕਲੀਨਰ ਜੌਬਸ ਦੇ ਉੱਤੇ। ਸੋ ਬਹੁਤ ਸਾਰੀਆਂ ਆਪਸ਼ਨਸ, ਈਵਨ ਅਸੀਂ PNP ਦੀ ਗੱਲ ਕਰੀਏ ਉਹਨਾਂ ਵਿੱਚ ਐਗਜ਼ਿਸਟ ਕਰਦੀਆਂ, ਅਸੀਂ ਫੈਡਰਲ ਪਾਇਲਟ ਪ੍ਰੋਗਰਾਮ ਵੀ ਚੱਲ ਰਹੇ ਨੇ। ਸੋ ਜੇ ਤੁਹਾਡੇ ਕੋਲ ਕੋਈ ਆਪਸ਼ਨ ਬਣਦੀ ਹੈਗੀ ਹੈ ਕੈਨੇਡਾ ਆਉਣ ਵਾਸਤੇ, ਗ੍ਰੈਬ ਦੈਟ ਓਪਰਚੁਨਿਟੀ। ICC ਕੋਲ ਅੱਜ ਵੀ ਕੁਝ ਓਪਨਿੰਗਸ ਮੌਜੂਦ ਹੈਗੀਆਂ ਹੌਸਪਿਟੈਲਿਟੀ ਸੈਕਟਰ ਦੀਆਂ। ਜੇ ਤੁਹਾਡੇ ਕੋਲ ਹੌਸਪਿਟੈਲਿਟੀ ਸੈਕਟਰ ਦਾ ਐਕਸਪੀਰੀਅੰਸ ਹੈਗਾ, ਬਹੁਤ ਸਾਰੇ ਬੱਚੇ ਸਾਡੇ ਆਸਟ੍ਰੇਲੀਆ, ਨਿਊਜ਼ੀਲੈਂਡ ਗਏ ਸੀਗੇ ਕੁਕਿੰਗ ਦੇ ਕੋਰਸਿਸ ਕਰਨ, ਹੌਸਪਿਟੈਲਿਟੀ ਦੇ ਕੋਰਸਿਸ ਕਰਨ, ਬਟ ਅਨਫੋਰਚੂਨੇਟਲੀ ਉੱਥੇ ਰੂਲਸ ਚੇਂਜ ਹੋਣ ਕਰਕੇ ਉਹਨਾਂ ਕੋਲ ਐਕਸਪੀਰੀਅੰਸ ਵੀ ਹੈਗਾ, ਲੈਂਗੁਏਜ ਸਕਿੱਲਸ ਵੀ ਹੈਗੀਆਂ, ਬਟ ਉੱਥੇ PR ਨਹੀਂ ਹੋ ਸਕੀ। ਕੈਨੇਡਾ ਦੇ ਵਿੱਚ ਇਟ ਕੁਡ ਬੀ ਅ ਆਪਸ਼ਨ ਫॉर ਯੂ ਦੈਟ ਕੈਨ ਇਟ ਮਾਈਟ ਵਰਕ ਫॉर ਯੂ। ਜੇ ਤੁਸੀਂ ਪੰਜਾਬ ਵਾਪਸ ਆ ਗਏ ਹੋ ਜਾਂ ਇੰਡੀਆ ਵਾਪਸ ਆ ਗਏ ਹੋ ਐਂਡ ਯੂ ਆਰ ਲੁਕਿੰਗ ਫॉर ਆਪਸ਼ਨਸ ਟੂ ਸੈਟਲ ਇਨ ਕੈਨੇਡਾ, ਤੇ ਐਬਸੋਲੂਟਲੀ ਆਪਣਾ CV ਸਾਨੂੰ ਫਾਰਵਰਡ ਕਰ ਦਿਓ ਐਂਡ ਵੀ ਵਿਲ ਮੇਕ ਸ਼ੋਰ ਕਿ ਤੁਹਾਡੀ ਅਸੀਂ ਇੰਟਰਵਿਊ ਅਰੇਂਜ ਕਰਵਾ ਦਈਏ ਐਂਡ ਹੋਪਫੁਲੀ ਇਟ ਮਾਈਟ ਵਰਕ ਫॉर ਯੂ ਐਜ਼ ਵੈਲ। ਸੋ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਈਮੇਲ ਕਰ ਸਕਦੇ ਹੋ info@iccimmigration.ca ਤੇ ਫੋਨ ਨੰਬਰ ਹੈਗਾ ਜੀ 9054612424। ਐਂਡ ਈਵਨ ਫॉर ਬਿਜ਼ਨਸਮੈਨ ਵਾਸਤੇ ਬਹੁਤ ਸਾਰੀਆਂ ਆਪਸ਼ਨਸ ਐਗਜ਼ਿਸਟ ਕਰਦੀਆਂ। ਨੈਕਸਟ ਟਾਈਮ ਵੀ ਵਿਲ ਡਿਸਕਸ ਬਿਜ਼ਨਸ ਪ੍ਰੋਗਰਾਮਸ। ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚਾਉਣ ਲਈ ਤੇ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮਚ। ਸੋ ਦੋਸਤੋ, ਇਸੇ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਭਰੋਸੇਮੰਦ ਕੰਸਲਟੈਂਟ ਨੂੰ ਹੀ ਜੋੜਦੇ ਹਾਂ। ਸੋ ICC ਇਮੀਗ੍ਰੇਸ਼ਨ ਤੋਂ ਕਿਸੇ ਵੀ ਪ੍ਰਕਾਰ ਦੀ ਤੁਸੀਂ ਕੋਈ ਸੇਵਾਵਾਂ ਲੈਣਾ ਚਾਹੁੰਦੇ ਹੋ, ਸਰਵਿਸਿਜ਼ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV।